ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਫ਼ਤਾਵਾਰੀ ਕਲਾਸ ਦੇ ਵਿੱਚ ਅਸੀਂ ਸਾਰੇ ਹੀ ਹਾਜ਼ਰ ਹੋ ਕੇ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ, ਕੁਛ ਸੱਚ ਸੁਣਨ ਦੀ, ਕੁਛ ਸੱਚ ਨੂੰ ਧਾਰਨ ਕਰਨ ਦਾ ਤੇ ਕੁਛ ਸੱਚ ਕਹਿਣ ਦਾ ਸਾਰੇ ਹੀ ਵੀਰ ਸਤਿਗੁਰ ਦੀ ਬਖਸ਼ਿਸ਼ ਕੀਤੀ ਹੋਈ ਮੱਤ ਮੁਤਾਬਕ ਯਤਨ ਕਰਦੇ ਹਨ। ਤੇ ਸਪੈਸ਼ਲੀ ਜਦੋਂ ਸਾਡੇ ਨਾਲ ਜਸਮੀਤ ਵੀਰ ਜੀ ਸਾਂਝ ਪਾਉਂਦੇ ਹਨ ਤੇ ਅਥਾਹ ਸਮੁੰਦਰ ਦੀ ਗਹਿਰਾਈ ਦੇ ਵਿੱਚ ਜਿੰਨਾ ਕੋਈ ਡੀਪ ਚਲਾ ਜਾਵੇ ਉਹਨੇ ਗਹਿਰੇ ਮੋਤੀ ਸਾਡੇ ਸਾਹਮਣੇ ਪੇਸ਼ ਕਰਦਾ ਹੈ। ਸੋ ਅੱਜ ਇੱਕ ਵਾਰ ਫਿਰ ਸਾਡੇ ਨਾਲ ਵੀਰ ਜਸਮੀਤ ਸਿੰਘ ਜੀ ਗੁਰਬਾਣੀ ਦੇ ਸ਼ਬਦ ਵਿਚਾਰ ਦੇ ਰਾਹੀਂ ਸਾਡੇ ਸਭਨਾਂ ਨਾਲ ਸਾਂਝ ਪਾਉਣਗੇ ਕਿ ਕਿਹੜੀ ਭਗਤੀ ਹੈ ਜਿਹਦੇ ਨਾਲ ਪ੍ਰਾਣਾ ਤੋਂ ਪਿਆਰਾ ਪ੍ਰੀਤਮ ਮਿਲ ਸਕਦਾ ਹੈ। ਕਿਵੇਂ ਭਗਤੀ ਕਰਾਂ ਕਿ ਉਹ ਪ੍ਰੀਤਮ ਮੈਨੂੰ ਮਿਲ ਪਵੇ। ਆਓ ਵੀਰ ਜਸਮੀਤ ਸਿੰਘ ਜੀ ਨੂੰ ਜੀ ਆਇਆਂ ਕਹਿੰਦੇ ਆ ਤੇ ਸਾਰੇ ਹੀ ਹਮੇਸ਼ਾ ਦੀ ਤਰ੍ਹਾਂ ਇਕਾਗਰਤਾ ਦੀ ਦਾਤ ਬਖਸ਼ਦਿਆਂ ਹੋਇਆਂ ਉਹਨਾਂ ਪਾਸੋਂ ਅੱਜ ਦੇ ਇਸ ਪਾਵਨ ਸ਼ਬਦ ਦੀ ਵਿਚਾਰ ਸ਼੍ਰਵਣ ਕਰਦੇ ਹਾਂ। ਜੀ ਵੀਰ ਜਸਮੀਤ ਸਿੰਘ ਜੀ ਜੀ ਆਇਆਂ ਨੂੰ। ਤੇ ਹੁਣ ਤੁਸੀਂ ਆਪਣੀ ਅਗਲੀ ਕਮਾਨ ਸੰਭਾਲੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਹ ਲੋਏ, ਅਮਰ ਪਦਾਰਥ ਨਾਨਕਾ, ਮਨ ਮਾਨੀਐ ਸੁਖ ਹੋਏ। ਇੱਕ ਓੰਕਾਰ ਸਤ ਗੁਰ ਪ੍ਰਸਾਦ ਮਲਾਰ, ਮਿਲਤ ਪਿਆਰੋ ਪ੍ਰਾਨਨਾਥ, ਕਵਨ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੇ। ਮਿਲਤ ਪਿਆਰੋ ਪ੍ਰਾਨਨਾਥ, ਕਵਨ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੇ। ਰਹਾਉ ਮੈਲੇ ਕਪਰੇ ਕਹਾਂ ਲੋ ਧੋਵੋਂ, ਆਵੇਗੀ ਨੀਂਦ ਕਹਾਂ ਲਗ ਸੋਵੋਂ। ਜੋਈ ਜੋਈ ਜੋਰਿਓ, ਸੋਈ ਸੋਈ ਫਾਟਿਓ, ਝੂਠ ਹੈ ਬਣਜ ਉਠ ਹੀ ਗਈ ਹਟਿਓ। ਕਹੋ ਰਵਿਦਾਸ ਪਇਓ ਜਬ ਲੇਖੋ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਕਹੋ ਰਵਿਦਾਸ ਪਇਓ ਜਬ ਲੇਖੋ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਆਗਾ ਮੰਨ ਲਿਓ ਜਿਸ ਸ਼ਬਦ ਦਾ ਪਾਠ ਹੁਣੇ ਅਸਾਂ ਸਾਰਿਆਂ ਨੇ ਸੁਣਿਆ ਤੇ ਕੀਤਾ ਹੈ, ਇਹ ਸ਼ਬਦ ਰਵਿਦਾਸ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਮਲਹਾਰ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 1293 ਉੱਪਰ ਸੁਭਾਇਮਾਨ ਹੈ। ਇਸ ਸ਼ਬਦ ਰਾਹੀਂ ਸਮੁੱਚੀ ਮਨੁੱਖਤਾ ਨੂੰ ਕੀ ਉਪਦੇਸ਼ ਮਿਲਦਾ ਪਿਆ, ਔਰ ਰਲ ਮਿਲ ਕੇ ਸਮਝਣ ਦਾ ਵਿਚਾਰਨ ਦਾ ਯਤਨ ਕਰੀਏ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਇੱਕ ਵਾਰ ਫਿਰ ਫਤਿਹ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਨੇ ਦੁਨੀਆ ਦੇ ਵਿੱਚ ਜਿਹੜਾ ਵੀ ਕੰਮ ਕਰਨਾ ਹੋਏ
ਉਹ ਕੰਮ ਕਰਨ ਲੱਗਿਆ ਸਭ ਤੋਂ ਪਹਿਲਾਂ ਉਸ ਕੰਮ ਦਾ ਆਬਜੈਕਟਿਵ ਕੀ ਹੈ, ਮੇਰੀ ਮੰਜ਼ਿਲ ਕੀ ਹੈ, ਇਸ ਚੀਜ਼ ਬਾਰੇ ਜਾਣਕਾਰੀ ਹੋਣੀ, ਕਲੈਰਿਟੀ ਹੋਣੀ ਅਤ ਲਾਜ਼ਮੀ। ਦੂਜੀ ਬਾਤ, ਜਦੋਂ ਆਬਜੈਕਟਿਵ ਬਾਰੇ, ਮੰਜ਼ਿਲ ਬਾਰੇ ਪਤਾ ਲੱਗਿਆ, ਕਿਹੜਾ ਰਾਹ, ਕਿਹੜਾ ਰਸਤਾ, ਕਿਹੜੇ ਕਿਹੜੇ ਕੰਮ ਮੈਨੂੰ ਮੇਰੀ ਮੰਜ਼ਿਲ ਤੱਕ ਪਹੁੰਚਾਉਣਗੇ, ਉਹਨਾਂ ਚੀਜ਼ਾਂ ਬਾਰੇ ਕਲੈਰਿਟੀ ਹੋਣੀ ਬੜੀ ਜ਼ਰੂਰੀ, ਕਿਉਂਕਿ ਮਨੁੱਖ ਗਲਤ ਰਾਹ ਤੇ ਨਾ ਪੈ ਜਾਏ। ਤੇ ਤੀਜੀ ਇੱਕ ਬੜੀ ਅਹਿਮ ਚੀਜ਼ ਕਿ ਜਦੋਂ ਮਨੁੱਖ ਉਸ ਰਾਹ ਤੇ ਚੱਲਦਾ ਪਿਆ, ਮਨੁੱਖ ਹਰ ਥੋੜੇ ਸਮਾਂ ਬਾਅਦ ਇੰਟਰੋਸਪੈਕਸ਼ਨ ਕਰਦਾ ਰਹੇ, ਜਾਂਚ ਪੜਤਾਲ ਕਰਦਾ ਰਹੇ ਕਿ ਮੈਂ ਕੀ ਸਹੀ ਰਾਹ ਤੇ ਹਾਂ ਜਾਂ ਨਹੀਂ ਹਾਂ। ਅਗਰ ਮੈਨੂੰ ਸ਼ੱਕ ਹੋਏ, ਮੈਂ ਸਵਾਲ ਕਰਦਾ ਰਹਾਂ। ਸਹੀ ਸਵਾਲ ਤੇ ਉਹਨਾਂ ਸਹੀ ਸਵਾਲਾਂ ਦਾ ਸਹੀ ਜਵਾਬ ਮਨੁੱਖ ਨੂੰ ਫਿਰ ਦੁਬਾਰਾ ਇੱਕ ਠੀਕ ਰਾਹ ਤੇ ਪਾ ਸਕਦਾ ਹੈ, ਜਿਸ ਕਰਕੇ ਮਨੁੱਖ ਆਪਣੀ ਮੰਜ਼ਿਲ ਤੱਕ ਪਹੁੰਚ ਸਕੇ। ਇੱਕ ਛੋਟੇ ਬੱਚੇ ਵੱਲ ਕਦੀ ਧਿਆਨ ਨਾਲ ਵੇਖਿਓ, ਉਹ ਜਦੋਂ ਸੜਕ ਤੇ ਬਾਜ਼ਾਰ ਦੇ ਵਿੱਚ ਚੱਲਦਾ ਪਿਆ ਨਾ, ਉਹਦਾ ਹੋ ਸਕਦਾ ਹੈ ਇੱਕ ਹੱਥ, ਇੱਕ ਉਂਗਲੀ ਆਪਣੇ ਮਾਂ ਦੇ ਜਾਂ ਪਿਓ ਦੇ ਹੱਥ ਵਿੱਚ ਹੋਏ, ਉਹਦਾ ਜਿਹੜਾ ਦੂਜਾ ਹੱਥ ਹੈ ਉਹ ਲਗਾਤਾਰ ਹਿਲਦਾ ਰਹੇਗਾ, ਲਗਾਤਾਰ ਇਹ ਕਿਆ ਹੈ, वो क्या है, ये क्यों है, वो क्यों है, लगातार पूछता रहेगा। सवाल पूछ के सिर खा जाएगा, पर सवाल जरूर पूछे। पर जिवें जिवें बच्चा वड्डा होना शुरू होया, ਉਹਦੇ सवाल घटने शुरू हो गए। ਉਹਦਾ किधर ना किधर कुछ अहम कारण, एक कारण ਜਦੋਂ ਬੱਚਾ ਛੋਟਾ ਸੀ, ਨਿਰਮਲ ਬੂੰਦ ਸੀ, ਉਹਦੇ ਅੰਦਰ ਹਉ ਨਹੀਂ, ਈਗੋ ਨਹੀਂ। ਜਿਵੇਂ ਜਿਵੇਂ ਵੱਡਾ ਹੋਣਾ ਸ਼ੁਰੂ ਹੋਇਆ, ਉਹਦੇ ਮਨ ਵਿੱਚ ਆ ਗਈ ਜੇ ਮੈਂ ਸਵਾਲ ਕਰਾਂ, ਇਹਦਾ ਮਤਲਬ ਦੁਨੀਆ ਨੂੰ ਪਤਾ ਲੱਗੇਗਾ ਕਿ ਮੈਨੂੰ ਕੋਈ ਚੀਜ਼ ਬਾਰੇ ਨਹੀਂ ਪਤਾ। ਉਹਦੀ ਅਹੰਕਾਰ ਅੱਗੇ ਆ ਗਿਆ, ਉਹਨੇ ਸਵਾਲ ਕਰਨੇ ਘੱਟ ਕਰ ਦਿੱਤੇ। ਦੂਜਾ ਕਾਰਨ, ਜਦੋਂ ਉਸਨੇ ਸਵਾਲ ਕੀਤੇ, ਉਹਨਾਂ ਦੇ ਜੋ ਜਵਾਬ ਮਿਲੇ, ਉਹਨਾਂ ਜਵਾਬਾਂ ਦੇ ਨਾਲ ਉਹਨੂੰ ਸੰਤੁਸ਼ਟੀ ਨਹੀਂ। ਉਹਨੇ ਕਿਹਾ ਯਾਰ ਜਿਹੜੇ ਜਵਾਬ ਮਿਲਦੇ ਪਏ ਨੇ, ਮੇਰੇ ਜੀਵਨ ਵਿੱਚ ਕੋਈ ਚੇਂਜ ਨਹੀਂ ਆ ਰਿਹਾ, ਸਵਾਦ ਨਹੀਂ ਆ ਰਿਹਾ, ਮੈਂ ਸਵਾਲ ਕਿਉਂ ਕਰਾਂ। ਤੀਜੀ ਚੀਜ਼, ਜਿਹੜੇ ਸਵਾਲ ਮਿਲੇ, ਜਿਹੜੇ ਕਿਸੇ ਨੇ ਉਸਨੂੰ ਸੇਧ ਬਖਸ਼ੀ, ਪਰ ਜਦੋਂ ਉਹ ਦੇਖਦਾ ਪਿਆ ਜੋ ਜਵਾਬ ਦਿੰਦੇ ਪਏ ਨੇ, ਜੋ ਸਲਾਹ ਦਿੰਦੇ ਪਏ ਨੇ, ਉਹਨਾਂ ਦੀ ਕਥਨੀ ਤੇ ਕਰਨੀ ਦੇ ਵਿੱਚ ਬੜਾ ਵੱਡਾ ਫਰਕ ਹੈ। ਉਹ ਦੇਖਿਆ ਕਿ ਇਹ ਰੋਲ ਮਾਡਲ ਨਹੀਂ ਹੋ ਸਕਦੇ। ਉਹਨੇ ਕਿਹਾ ਕਿ ਨਹੀਂ ਯਾਰ, ਜਿਹੜੇ ਮੈਨੂੰ ਇੱਕ ਜਵਾਬ ਦਿੰਦੇ ਪਏ ਨੇ, ਉਹਨਾਂ ਦਾ ਜੀਵਨ ਵੀ ਕਿਸੇ ਹੋਰ ਪਾਸੇ ਚੱਲਦਾ ਪਿਆ, ਇਹਨਾਂ ਸਾਰੀਆਂ ਚੀਜ਼ਾਂ ਵਿੱਚ ਕੀ ਪਿਆ, ਉਹਨੇ ਸਵਾਲ ਕਰਨੇ ਛੱਡ ਦਿੱਤੇ। ਤੇ ਚੌਥਾ ਤੇ ਅੱਜ ਦੀ ਡੇਟ ਦਾ ਸਭ ਤੋਂ ਅਹਿਮ ਕਾਰਨ, ਮਨੁੱਖ ਦੇ ਕੋਲ ਇਨਫੋਰਮੇਸ਼ਨ ਦੀ ਕੋਈ ਕਮੀ ਨਹੀਂ। ਕਿਹੜੀ ਚੀਜ਼ ਬਾਰੇ ਵੀ ਮਨੁੱਖ ਨੂੰ ਜਾਣਕਾਰੀ ਚਾਹੀਦੀ ਹੈ, ਉਹਨੂੰ ਕੁਝ ਸੈਕਿੰਡ ਲੱਗਦੇ ਨੇ, ਉਸ ਚੀਜ਼ ਬਾਰੇ ਇਨਫੋਰਮੇਸ਼ਨ ਮਿਲ ਜਾਂਦੀ ਹੈ। ਉਹਦੇ ਕੋਲ ਇਨਫੋਰਮੇਸ਼ਨ ਦੇ ਬਤੇਰੀ ਹੋ ਗਈ, ਪਰ ਨੌਲੇਜ ਨਾ ਹੋ ਸਕੀ। ਪਰ ਮਨੁੱਖ ਨੂੰ ਲੱਗਿਆ ਮੈਨੂੰ ਬੜਾ ਕੁਝ ਪਤਾ ਹੈ, ਇਸ ਕਰਕੇ ਉਹਦੇ ਸਵਾਲ ਘਟਨੇ ਸ਼ੁਰੂ ਹੋ ਗਏ। ਪਰ ਜਦੋਂ ਧਰਮ ਦੀ ਦੁਨੀਆ ਅੰਦਰ ਵੇਖੀਏ, ਤੇ ਜਿਹੜੀ ਸਭ ਤੋਂ ਵੱਡੀ ਚੀਜ਼ ਜਿਸ ਨੂੰ ਰੋਕਿਆ ਗਿਆ, ਟੋਕਿਆ ਗਿਆ, ਉਹ ਹੈ ਸਵਾਲ ਕਰਨਾ। ਭਲਿਆ ਪੁਰਖਾ, ਸਵਾਲ ਕਰੋਗੇ? ਜਿਹੜੀ ਚੀਜ਼ ਸਾਲਾਂ ਤੋਂ ਚਲਦੀ ਆ ਰਹੀ ਹੈ, ਉਸ ਚੀਜ਼ ਤੇ ਸਵਾਲ ਕਿਵੇਂ ਕਰ ਸਕਦੇ ਹੋ? ਜਿਹੜੀ ਚੀਜ਼ ਸਦੀਆਂ ਤੋਂ ਪ੍ਰਚਾਰਕਾਂ ਨੇ ਸਾਡੀ ਸਟੇਜਾਂ ਤੋਂ ਪ੍ਰਚਾਰੀ, ਉਹਨਾਂ ਚੀਜ਼ਾਂ ਦੇ ਪ੍ਰਤੀ ਸਵਾਲ ਕਿਵੇਂ ਕਰ ਸਕਦੇ ਹੋ? ਨਾ 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 ਨਾ, ਸਵਾਲ ਨਹੀਂ ਕਰਨਾ। ਪਰ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਆਰੰਭਤਾ ਤੋਂ ਹੀ, ਜਦੋਂ ਜਪ ਬਾਣੀ ਪੜ੍ਹੀਏ, ਜਿਹਨੂੰ ਅਸੀਂ ਸਤਿਕਾਰ ਨਾਲ ਜਪਜੀ ਸਾਹਿਬ ਕਹਿੰਦੇ ਹਾਂ, ਪਹਿਲੀ ਪੌੜੀ ਵਿੱਚ ਹੀ ਗੁਰੂ ਸਾਹਿਬ ਨੇ ਸਵਾਲ ਖੜਾ ਕਰ ਦਿੱਤਾ, ਕਿਵੇਂ ਸਚਿਆਰਾ ਹੋਈਏ। ਸਵਾਲ ਖੜਾ ਕਰ ਦਿੱਤਾ ਹੈ ਕਿ ਭਲਿਆ ਪੁਰਖਾ, ਤੂੰ ਜੋ ਵੀ ਕਰਨਾ ਹੈ ਨਾ ਜ਼ਿੰਦਗੀ ਦੇ ਵਿੱਚ, ਸਵਾਲ ਅਤ ਲਾਜ਼ਮੀ ਨੇ। ਹੁਣ ਕੇਵਲ ਸਵਾਲ ਰੱਖ ਨੇ ਦਿੱਤਾ, ਜਵਾਬ ਵੀ ਦਿੱਤੋ ਨੇ, ਕਿਵੇਂ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ, ਜਵਾਬ ਦਿੱਤੋ ਨੇ, ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ। ਹੁਣ ਇਹ ਚੀਜ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਇੱਕ ਥਾਂ ਨਹੀਂ, ਅਨੇਕ ਥਾਵਾਂ ਤੇ ਮਿਲੇਗਾ। ਜਦੋਂ ਇੱਕ ਪਾਸੇ ਸਵਾਲ ਆਏਗਾ, ਕਿਸ ਹਉ ਸੇਵੀ, ਕਿਆ ਜਪ ਕਰੀ, ਸਤਿਗੁਰ ਪੁੱਛੋਂ ਜਾਏ, ਤੇ ਜਵਾਬ ਵੀ ਆਏਗਾ, ਸਤਿਗੁਰ ਕਾ ਭਾਣਾ ਮੰਨ ਲਈ, ਵਿੱਚੋਂ ਆਪ ਗਵਾਏ। ਜਦੋਂ ਸਵਾਲ ਆਏਗਾ, ਕਵਣ ਸੋ ਅੱਖਰ, ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹੋਂ ਕਰੀ, ਜਿਤ ਬਸ ਆਵੇ ਕੰਤ, ਤੇ ਜਵਾਬ ਵੀ ਆਏਗਾ, ਨਿਵਣ ਸੋ ਅੱਖਰ, ਖਵਣ ਗੁਣ, ਜੇਬਾ ਮਣੀਆਂ ਮੰਤ, ਇਹ ਤਰ੍ਹਾਂ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ। ਹੁਣ ਇਹ ਚੀਜ਼ ਜਦੋਂ ਅਸੀਂ ਪਹਿਲਾ ਸ਼ਬਦ ਜਦੋਂ ਅਸੀਂ ਇਕੱਠੇ ਵਿਚਾਰਿਆ ਸੀ, ਉਧਰ ਮੈਂ ਇੱਕ ਚੀਜ਼ ਜ਼ਿਕਰ ਕੀਤਾ ਸੀ, ਜਿਹੜਾ ਵੀ ਸ਼ਬਦ ਵਿਚਾਰਨਾ ਹੋਏ,
उस शब्द ਨੂੰ ਸਮਝਣ ਲਈ ਰਹਾਉ ਨੂੰ ਚੰਗੇ ਢੰਗ ਨਾਲ ਸਮਝ ਲੈਣਾ ਅਤ ਲਾਜ਼ਮੀ। ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਵੇਖਾਂਗੇ ਤੇ ਕਈ ਜਗ੍ਹਾ ਤੇ ਦੋ ਰਹਾਉ ਦੇ ਬੰਦ ਨੇ। ਜਿਨ੍ਹਾਂ ਸ਼ਬਦਾਂ ਦੇ ਵਿੱਚ ਦੋ ਰਹਾਉ ਦੇ ਬੰਦ ਨੇ, ਪਹਿਲਾ ਰਹਾਉ ਦਾ ਬੰਦ ਹੈ ਇੱਕ ਸਵਾਲ ਤੇ ਦੂਜਾ ਰਹਾਉ ਦਾ ਬੰਦ ਹੈ ਉਸ ਸਵਾਲ ਦਾ ਜਵਾਬ। ਚਲੋ ਇੱਕ ਕੁਦਰਤੀ ਗੁਰੂ ਅਰਜਨ ਸਾਹਿਬ ਦਾ ਇੱਕ ਸ਼ਬਦ ਮੈਨੂੰ ਚੇਤੇ ਆਇਆ ਜੋ ਅੱਜ ਦੇ ਟੌਪਿਕ ਨਾਲ ਬਿਲਕੁਲ ਉਹਦੀ ਵਿਆਖਿਆ ਕਰਦਾ ਹੈ। ਉਸ ਸ਼ਬਦ ਦੇ ਦੋ ਰਹਾਉ ਦੇ ਬੰਦ ਨੇ। ਪਹਿਲੇ ਰਹਾਉ ਦੇ ਬੰਦ ਵਿੱਚ ਇੱਕ ਸਵਾਲ ਖੜਾ ਕੀਤਾ, ਮੇਰਾ ਜਿਹੜਾ ਮਨ ਹੈ ਉਹ ਟਿਕਦਾ ਨਹੀਂ ਹੈ, ਉਹਦੇ ਅੰਦਰ ਧੀਰਜ ਨਹੀਂ ਆ ਰਿਹਾ, ਹਰ ਵਕਤ ਪਰੇਸ਼ਾਨ ਰਹਿੰਦਾ ਹੈ, ਡੋਲਦਾ ਰਹਿੰਦਾ ਹੈ, ਸ਼ਾਂਤੀ ਨਹੀਂ ਮਿਲਦੀ ਪਈ। ਕਿਉਂ? ਕਿਉਂਕਿ ਪਤੀ ਪ੍ਰਭੂ ਤੋਂ ਵਿਛੋੜਾ ਹੈ, ਮਿਲਾਪ ਹੋਇਆ ਨਹੀਂ ਹੈ, ਗਲਤ ਜਗ੍ਹਾ ਤੇ ਪਲਦਾ ਪਿਆ। ਸਵਾਲ ਕੀਤੋ ਨੇ, ਕਿਨ ਬਿਦ ਹੀਰੋ, ਧੀਰੇ ਨਹੀਂ ਮਾਨੋ। ਕਿਹੜਾ ਤਰੀਕਾ ਹੈ, ਕਿਹੜੀ ਵਿਧੀ ਹੈ ਜਿਸ ਦੇ ਨਾਲ ਮੇਰੇ ਹਿਰਦੇ ਨੂੰ ਧੀਰਜ ਮਿਲੇ? ਕਿਨ ਬਿਦ ਹੀਰੋ, ਸਵਾਲ ਖੜਾ ਹੋ ਗਿਆ ਨਾ ਫਿਰ ਦੁਬਾਰਾ, ਕਿਉਂਕਿ ਅੱਜ ਦਾ ਜਿਹੜਾ ਸ਼ਬਦ ਹੈ ਨਾ, ਪਹਿਲੀ ਪੰਕਤੀ ਵਿੱਚ ਸਵਾਲ ਖੜਾ ਹੈ, ਮਿਲਤ ਪਿਆਰੋ ਪ੍ਰਾਨਨਾਥ ਕਵਨ ਭਗਤ ਤੇ। ਹੁਣ ਸਵਾਲ ਖੜਾ ਹੈ, ਸਾਨੂੰ ਸਮਝਣਾ ਪਏਗਾ ਸਵਾਲ ਦੀ ਅਹਿਮੀਅਤ ਕਿਉਂ ਹੈ। ਹੁਣ ਗੁਰੂ ਅਰਜਨ ਸਾਹਿਬ ਵੀ ਕਹਿੰਦੇ ਪਏ ਨੇ, ਕਿਨ ਬਿਦ ਹੀਰੋ, ਧੀਰੇ ਨਹੀਂ ਮਾਨੋ। ਮੈਂ ਕਿਹੜੀ ਵਿਧੀ ਅਪਣਾਵਾਂ, ਕਿਹੜਾ ਯਤਨ ਕਰਾਂ ਜਿਹਦੇ ਨਾਲ ਮੈਨੂੰ ਜ਼ਿੰਦਗੀ ਦੇ ਵਿੱਚ ਧੀਰਜ ਆ ਸਕੇ। ਮਿਲ ਸਾਜਨ, हे सज्जन मैनू मिल तो सही, हाँ तुझ कुर्बानो, मैं तेथों कुर्बान जाना, मैं तेथों सदके जाना, मैनू मिल तो सही। हुण रहाओ है, यह सवाल खड़ा है। हुण पूरे शब्द विच ना उहदी व्याख्या कीती है एक जीव स्थिति, समझ लो एक मत ते मन दी गल चलती पई है। उमकिओ हिओ मिलन प्रभ ताईं, धीरज क्यों नहीं सी? क्योंकि मन दे विच एक चाह पैदा होया और रब बारे, रब्बी गुना बारे इन्ना कुछ सुनिया, इन्ना कुछ देखिया, हुण मैं मिलाप चाहनी। उमकिओ हिओ मिलन प्रभ ताई, नतीजा की निकलिया? खोजत चलियो, खोजन चल के खोजत चलियो, देखियो प्रजाई, सुनत संदेसरो, प्रग्रह सेज विछाई, भ्रम भ्रम आयो नदर ना पाई। एका सेज विछी धन कंता, इको सेज सी, पति ते पत्नी, मत ते मन। हुण कहंदे पए ने एका सेज विछी धन कंता, पर प्रॉब्लम की होगी? धन सुत्ती, हौमे दे विच सुत्ती पई है, फिर सतजागंता। क्यों? क्योंकि पियो मदरो नशे विच है, अपने ही नशे विच मस्त है। पियो मदरो धन मतवंता, धन जागे जे फिर बोलंता। क्यों? क्योंकि भालदी गलत थां ते सी। असल दे विच ते जो ब्रह्मंडे सोई पिंडे सी, पर की करना सी? जो खोजे सो पावे। हुण खोजना कित्थे सी? जन नानक बिन आपा चीन। ਅਸੀਂ ਪਰ ਖੋਜਦੇ ਰਹੇ ਬਾਹਰ, ਜਿਸ ਜਗ੍ਹਾ ਤੇ ਉਹ ਸੀ ਨਹੀਂ ਉਸ ਜਗ੍ਹਾ ਤੇ ਖੋਜਦੇ ਰਹੇ, ਜਿਸ ਜਗ੍ਹਾ ਤੇ ਵੀ ਉਹ ਸੀ ਪਰ ਜਿੱਧਰ ਅਸਲ ਵਿੱਚ ਮੇਰੇ ਅੰਦਰ ਸੀ ਉਧਰ ਬਾਹਰ ਨਾ ਸਕੇ। ਹੋਇਆ ਕਿ ਭਈ ਨਿਰਾਸ਼ ਬਹੁਤ ਦਿਨ ਲਾਗੇ, ਦੇਸ ਦੇਸੰਤਰ ਮੈਂ ਸਗਲੇ ਚਾਗੇ, ਹੁਣ ਮੇਰੀ ਹਾਲਤ ਬਣ ਗਈ ਖਿੰਦ ਰਹਿ ਨਾ ਪਾਵਾਂ, ਬਿਨ ਪਗ ਭਾਗੇ ਹੋਏ ਕਿਰਪਾਲ, ਪ੍ਰਭ ਮਿਲੇ ਸੁਭਾਗੇ। ਖੀਰ ਵਾਪਰਿਆ ਕਿ ਭਇਓ ਕਿਰਪਾਲ, ਜਦੋਂ ਮੇਰੇ ਮਨ ਨੇ ਸੱਚ ਐਕਸੈਪਟ ਕਰਨਾ ਸ਼ੁਰੂ ਕੀਤਾ। ਭਇਓ ਕਿਰਪਾਲ ਸਤ ਸੰਗ ਮਿਲਾਇਆ, ਬੂਝੀ ਤਪਤ ਘਰੇ ਫਿਰ ਪਾਇਆ। ਉਹ ਹਿਰਦਾ ਰੂਪੀ ਘਰ ਵਿੱਚ ਫਿਰ ਮਿਲ ਗਿਆ। ਹੁਣ ਪਹਿਲੇ ਮੈਂ ਸ਼ਿੰਗਾਰ ਕਰਦੀ ਸੀ ਮੇਰਾ ਪਤੀ ਪ੍ਰਭੂ ਮਿਲ ਸਕੇ, ਉਹਨਾਂ ਸ਼ਿੰਗਾਰਾਂ ਦਾ ਕੋਈ ਰਿਜ਼ਲਟ ਨਹੀਂ ਨਿਕਲਦਾ ਸੀ। ਹੁਣ ਜਦੋਂ ਮੈਨੂੰ ਘਰੇ ਫਿਰ ਪਾਇਆ ਹੋ ਕੇ ਗਿਆ, ਸਗਲ ਸ਼ਿੰਗਾਰ ਹੁਣ ਮੋਹਿ ਸੁਹਾਇਆ। ਹੁਣ ਕਹੋ ਨਾਨਕ ਗੁਰ ਭਰਮ ਚੁਕਾਇਆ। ਹੁਣ ਨਤੀਜਾ ਕੀ ਨਿਕਲਿਆ? ਰਹਾਓ ਦੂਜਾ, ਜਾਂ ਦੇਖਾਂ ਤਾਂ ਫਿਰ ਹੈ ਭਾਈ। ਸਵਾਲ ਕੀ ਸੀ? किन बिद हीरो, धीरे नहीं मानो। केड़े जतन कीतियां मैनू धीरज पे? मिल साजन, मैनू साजन मिल तां सही, हाँ तुझ कुर्बानो, मैं तेथों कुर्बान जाना, मैं सदके जाना। हुण रहाओ दूजा की आया? जां देखा तां फिर है भाई। हुण मैं जिधर देखदा पिया, मैं कहंदा पिया सी साजन मैनू मिल पे, वो सज्जन ते मेरे अंदर सी। जां देखा तां फिर है भाई। खोलियो कपाट तां मन ठहराई। ओ जदों ज्ञान दे नाल मैं अपने भरम दे पर्दे खोले, फिर मेरे जीवन दे विच धीरज ऑटोमैटिकली आ। रहाओ पहले विच सवाल सी धीरज किवें आए, रहाओ दूजे विच जवाब आया। ओ भलिया पुरखा जिसनूं तू बाहर लभन जा रहा सी, ओ पोटेंशियल तेरे अंदर सी, ओ सच तेरे अंदर सी, ओ रब तेरे अंदर सी, ओ गुण तेरे अंदर सी, पर धीरज क्यों नहीं आ रहा सी? क्योंकि पढ़दा सी। हुण जदों भयो कृपाल सतसंग मिलाया, सच दा संग कीता, ओ पर्दे खुले, फिर पता लग गया। जां देखा तां फिर है भाई। खोलियो कपाट तां मन ठहराई। हुण मेरा मन टिक गया। पहले रहाओ विच सवाल, दूजे रहाओ विच जवाब। पर जदों अज दे शब्द वल जाइए ते रहाओ दे बंद दी पहली पंक्ति सवाल ते दूजी पंक्ति जवाब।
मिलत प्यारो प्राणनाथ, हे प्राणा दे नाथ, किवें मिलाप हो सकता है? गुरु ग्रंथ साहब की बानी जदों प्राण की गल करे, एक चीज बिल्कुल स्पष्ट कर देंदी है, सो जीविया जिस मन वसिया सोए, नानक अवर ना जीवे। हुण जिधर एक पासे एक कुदरती शरीरक मौत है जो आया सो चल सी, पर नाल नाल गुरु ग्रंथ साहब की बानी जिधर फोकस देंदी है वो है आत्मक मौत। आखा जीवा विसरें मर जाऊं, जदों मैं सच तो मुनकर हो गया, निता प्रति आत्मक मौत मरदा है। पर जे ए तू आत्मक मौत नहीं मरना चाहता, तू एक तीजी कैटेगरी की मौत मर जा। वो केड़ा? शब्द मरो फिर जीवो सदी। जदों शब्द दे नाल तू अपनी हौं नू मिटा दिता, फिर तू फिर जीवो सदी, लगातार निरंतर आत्मक जीवन का आनंद मानेगा, जिसनों कहते ने सतगुर के जन्मे गमन मिटाया, तेरा एक नवा जन्म हो गया। हुण उस अवस्था नू मैं मानना चाहना, इस करके मेरे निजगर विच वसे रब जी नाल मैं अपने अंतर आत्मे नाल गल करनी शुरू की। मिलत प्यारो प्राणनाथ कमन भगत ते, केड़ी भगती कीतियां? भगत दे तत्ते नू सिहारी असीं विचार चुके हैं। जिधर भी भगत दे तत्ते नू सिहारी आएगी, ओदा भाव है भगती। ते भगती की परिभाषा गुरु ग्रंथ साहब की बानी स्पष्ट कर दी है, बिन गुण कीते भगत ना होए, गुण धारण किए बिना भगती की नहीं जा सकती। बल्कि गुरु साहब ते इत्थे तक स्पष्ट करते हैं, गुर की मत तू ले ए आने। अगे की कहते हैं? भगत बिना बहुत डूबे से आने। मतलब गुर की मत ते भगती अलग नहीं है, कि गुरु की मत ही भगती है। हुण एक पल लेने अज दा साडा जिहड़ा मसला सी विचारना, सवाल खड़ा होया है कि ओ प्राणा दा नाथ, ओ गुण, ओ सज्जन जो मेरे अंदर सी, मैं अपनी हौं करके उस तो विछड़ गया सी। हुण मैं अपने निजगर विच वसे अंतर आत्मा रब जी गुना नाल सांझ पाना चाहता। सवाल खड़ा होया, मिलत प्यारो प्राणनाथ कवन भगत ते, केड़ियां भगती कीतियां? किन विध हीर हो धीरे ने मानो, केड़ी विधि अपनाया? हुण केड़ी विधि अपनाया नहीं मिल सकता, यह तो बिल्कुल स्पष्ट है। गुरु साहब का ही अपना बोलने, पाठ पढ़ियो और वेद विचारियो, निवल भुजंगम साधे, पंच जनास्यो संग ना छुटक्यो, अधिक हम मुंद बांधे प्यारे, इन बित मिलन ना जाए। मिलाप नहीं हो सकता, यह स्पष्ट है। अज का सवाल है, मिलत प्यारो प्राणनाथ कवन भगत ते, मिलाप किवें होएगा? किवें नहीं हो सकता? गुरु साहब स्पष्ट करते पे ने, पाठ पढ़ियो और वेद विचारियो, इन बित मिलन ना जाए। मौन रहो, करपाती रहो, मिलन ना जाए। तीर्थां ते भ्रमदा पे, मिल नहीं होना। दान पुण्य करदा पे, मिलाप नहीं होना। गुरु साहब स्पष्ट करते पे ने, पर मिलाप किवें हो? असी इस भगती नूं जे अज समझ गए, एक पल लई मैं ना इत्थे रुका। जेड़ी भी महान विचारधारा होए, महान सोच होए, गुरु अर्जन साहब नूं केवल तत्ती तवी ते बिठा के संतुष्टि नहीं मिली। कोशिश हमेशा होंदी है, जेड़ी महान इंकलाबी विचारधारा है, किवें उस विचारधारा दे अंदर कंफ्यूजन आ सके। हुण उधर किधर ना किधर जिम्मेवार असीं समझते हैं कि असीं केड़ी भगती करते पे। गुरु नानक साहब जदों स्पष्ट करते पे ने, शब्द गुरु सुर तुन चेला, असीं अज तक फोटां तक उलझे होया कि नहीं होए? साडी भगती शब्द गुरु सुर तुन चेला वाली है कि फोटोआं वाली? गुरु साहब जो इनकलाबी विचारधारा पेश करते पे ने, जैसी में आवे खसम की बानी, तैसड़ा करी ज्ञान वे ला लो, पाप की जंजले काबलों ताया, जोरी मंगे दान वे ला लो। असी उसनू की पाप की जंज मैं लैके आंदा पिया, मैं अपने प्रति कदी इन्हां शब्दां दी विचार कीती है, केवल बाहरली तौर ते कहानियां तक सीमित रह गए? भगती केड़ी करदा पिया? जदों गुरु ग्रंथ साहब दी बानी स्पष्ट करदी पई है, तन ना तपाए तनूर ज्यों, बालन हड ना बाल, कि असी गुरु अमरदास पातशाह नूं केस किल्ली नाल बन के तप करदिआं नहीं विखाया। जदों गुरु ग्रंथ साहब की बानी स्पष्ट करती पई है, अखी तां मीटे नाक पकड़े ठगन को संसार, साडे कोलों समाधियां नहीं लवाइयां गईयां, केड़ी भगती करदे? फरीद साहब जिन्हां दे अपने बोल ने, तन ना तपाए तनूर ज्यों, बालन हड ना बाल, इतिहासकारां ने फरीद साहब नूं जंगल दे विच 12 साल तप करदे विखाया, ते यह विखा दिता कि उन्हां नूं जदों भुख लगी ते फिर उन्हां ने
ਲੱਕੜ ਦੀ ਰੋਟੀ ਖਾ ਲਈ। ਤੇ ਇਹ ਕਹਾਣੀ ਕਿਧਰ ਯੂਜ਼ ਕੀਤੀ? ਫਰੀਦ ਸਾਹਿਬ ਦੇ ਸ਼ਲੋਕਾਂ ਦੇ ਅਰਥ ਕਰਨ ਲਈ। ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਡੀ ਚੋਪੜੀ ਕਨੇ ਸਹਿਣਗੇ ਦੁੱਖ, ਜਿਨ੍ਹਾਂ ਨੇ ਰੱਤੀ ਮਾਤਰ ਵੀ ਘਿਓ ਲਾ ਲਿਆ ਉਹ ਦੁਖੀ ਹੋਣਗੇ। ਫਿਰ ਤਾਂ ਮੈਨੂੰ ਲੱਗਦਾ ਅਸੀਂ ਬਿਲਕੁਲ ਨਹੀਂ ਬਚਣਾ। ਕਿ ਕਦੀ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਇਨਕਲਾਬੀ ਵਿਚਾਰਧਾਰਾ ਨੂੰ ਅਸੀਂ ਕਿਧਰ ਲਿਆਣਾ? ਭਗਤ ਨਾਮਦੇਵ ਸਾਹਿਬ ਦੀ ਇਨਕਲਾਬੀ ਵਿਚਾਰਧਾਰਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਕਿ ਇਹਨਾਂ ਦੇ ਨਾਲ ਕਹਾਣੀ ਨਹੀਂ ਜੋੜਦੀਆਂ ਗਈ। ਕਬੀਰ ਸਾਹਿਬ ਜਦੋਂ ਕਹਿੰਦੇ ਪਏ ਨੇ, ਇਨਕਲਾਬੀ ਵਿਚਾਰਧਾਰਾ ਦੇ ਸ਼ਬਦ ਉਚਾਰਨ ਕਰਦੇ ਪਏ ਨੇ, ਪਹਿਲੀ ਕਰੂਪ ਕੁਜ਼ਾਤ ਕੁਲਖਣੀ ਸੋਹਰੇ ਪਈਏ ਬੁਰੀ, ਕਿ ਉਹਦੇ ਨਾਲ ਕਹਾਣੀਆਂ ਨਹੀਂ ਜੋੜਦੀਆਂ ਗਈਆਂ। ਕਬੀਰ ਸਾਹਿਬ ਜਦੋਂ ਕਹਿੰਦੇ ਪਏ ਨੇ ਕਿ ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੋਨਾ ਜਾਨਾ, ਜੋ ਹੋਂ ਬੋਰਾ ਤੋ ਰਾਮ ਤੋਰਾ, ਲੋਕ ਮਨ ਕਾ ਜਾਣੇ ਮੋਰਾ। ਹੁਣ ਅੱਗੇ ਕਹਿੰਦੇ ਨੇ ਤੋਰੋ ਨਾ ਪਾਤੀ ਪੂਜੋ ਨਾ ਦੇਵਾ। ਮੈਨੂੰ ਲੱਗਦਾ ਅਸੀਂ ਤੇ ਪੱਤੇ ਨਹੀਂ ਤੋੜਦੇ ਹੋਵਾਂਗੇ, ਫੁੱਲ ਨਹੀਂ ਤੋੜਦੇ ਹੋਵਾਂਗੇ। ਤੋੜਦੇ ਆ ਜੀ, ਜੇ ਤੋੜਦੇ ਆ ਤੇ ਫਿਰ ਜਦੋਂ ਇਹ ਪੜ੍ਹਦੇ ਜ਼ਰੂਰ ਹਾਂ, ਪਾਤੀ ਤੋਰੇ ਮਾਲਣੀ ਪਾਤੀ ਪਾਤੀ ਜੀਓ, ਅਸੀਂ ਕਿਹਾ ਹੋ ਸਕਦਾ ਹੈ ਇਹ ਸ਼ਬਦ ਨਾ ਮਾਲਣ ਲਈ ਕਬੀਰ ਸਾਹਿਬ ਨੇ ਉਚਾਰਨ ਕੀਤਾ ਹੈ। ਗੁਰੂ ਅਰਜਨ ਸਾਹਿਬ ਦੀ ਇਨਕਲਾਬੀ ਵਿਚਾਰਧਾਰਾ, ਜਦੋਂ ਗੁਰੂ ਅਰਜਨ ਸਾਹਿਬ ਕਹਿੰਦੇ ਪਏ ਨੇ ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ। ਫਿਰ ਇਹਨਾਂ ਦੇ ਨਾਲ ਕਹਾਣੀਆਂ ਤੱਕ ਅਸੀਂ ਸੀਮਤ ਤੇ ਨਹੀਂ ਰਹਿ ਗਏ। ਜੋ ਇੱਕ ਕੁਦਰਤੀ ਇੱਕ ਬੱਚੇ ਦੇ ਅੰਦਰ ਸ਼ਮਤਾ ਸੀ, ਪੋਟੈਂਸ਼ੀਅਲ ਸੀ, ਇੱਕ ਜ਼ਿੱਦ ਸੀ ਕਿ ਜੋ ਮੈਂ ਹਾਸਲ ਕਰਨਾ ਚਾਹੁੰਦਾ ਮੈਂ ਉਹ ਹਾਸਲ ਕਰਨਾ ਹੈ, ਅਸੀਂ ਬੱਚੇ ਦਾ ਉਹ ਵਿਕਾਸ ਰੋਕ ਦਿੱਤਾ। ਬੱਚਿਆਂ ਨੂੰ ਉਸ ਜਗ੍ਹਾ ਤੇ ਉਲਝਾ ਕੇ ਇਹ ਸਮਝਾਇਆ ਨਹੀਂ ਕਿ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ ਦੀ ਕਰਮ। ਇੱਕ ਇਨਕਲਾਬੀ ਵਿਚਾਰਧਾਰਾ ਕੀ ਹੈ ਗੁਰੂ ਸਾਹਿਬ ਸਮਝਾਉਂਦੇ ਪਏ ਨੇ, ਇਹ ਜੋ ਸਾਰੇ ਪ੍ਰਥਮੇ ਮਤਾ ਦੁਤੀਏ ਮਤਾ ਤ੍ਰਿਤੀਏ ਮਤਾ ਚੱਲਦੇ ਪਏ ਸੀ ਮੈਂ ਛੱਡ ਚੁੱਕਿਆ, ਹੁਣ ਮੈਂ ਤੂੰ ਹੀ ਤੇ ਆਇਆ, ਮੈਂ ਤੇਰੇ ਨਿਯਮ ਦੇ ਵਿੱਚ ਆ ਗਿਆ। ਜਦੋਂ ਬੱਚੇ ਨੂੰ ਇਹ ਸਮਝਾਇਆ ਜਾਂਦਾ, ਉਹਦੇ ਅੰਦਰ ਜੋ ਇੱਕ ਜੋਸ਼ ਸੀ, ਜੋ ਇੱਕ ਜ਼ਿੱਦ ਸੀ ਕਿ ਜੋ ਮੈਂ ਹਾਸਲ ਕਰਨਾ ਚਾਹੁੰਦਾ, ਉਹਨੇ ਉਸ ਪ੍ਰਤੀ ਉਦਮ ਕਰਨੇ ਸੀ, ਆਲਸ ਸੀ ਤੇ ਹੋਣਾ ਹੀ ਨਹੀਂ ਸੀ। ਪਰ ਅਸੀਂ ਕਿਧਰ ਨਾ ਕਿਧਰ ਇਹੋ ਜੀ ਇੱਕ ਮਿਲਗੋਬੀ ਜੀ ਇੱਕ ਮਿਕਸਚਰ ਦੀ ਵਿਚਾਰਧਾਰਾ ਦੇ ਵਿੱਚ ਉਲਝੇ ਰਹਿ ਗਏ, ਜਿਸ ਕਰਕੇ ਅਸੀਂ ਜਿਹੜੀ ਸੱਚ ਦੀ ਵਿਚਾਰਧਾਰਾ ਹੈ, ਅਸੀਂ ਬਾਣੀ ਦੇ ਸ਼ਬਦਾਂ ਨੂੰ ਆਪਣੇ ਆਪ ਦੇ ਨਾਲ ਟੁਕਾਇਆ। ਗੁਰੂ ਸਾਹਿਬ ਕਹਿੰਦੇ ਪਏ ਨੇ ਨਾ ਭਲਿਆ ਪੁਰਖਾ, ਜੇ ਤੂੰ ਅੱਖੀ ਤਾਂ ਮੀਟੇ ਨਾਕ ਪਕੜਨ ਵਾਲੀ ਭਗਤੀ ਤੇ ਖੜਾ, ਜੇ ਤੂੰ ਕਹਾਣੀਆਂ ਤੱਕ ਹੀ ਖੜਾ ਰਹਿ ਜਾਏਗਾ, ਕਹਾਣੀਆਂ ਦੇ ਵਿੱਚ ਉਸ ਤੱਕ ਤੇ ਨਿੰਦਾ, ਜੇ ਤੂੰ ਉਧਰ ਤੱਕ ਹੀ ਖੜਾ ਰਹਿ ਜਾਏਗਾ, ਜੇ ਤੂੰ ਬਾਣੀ ਦੇ ਸ਼ਬਦਾਂ ਨੂੰ ਆਪਣੇ ਉੱਤੇ ਨਹੀਂ ਇੰਪਲੀਮੈਂਟ ਕਰੇਗਾ, ਆਪਣੇ ਉੱਤੇ ਨਹੀਂ ਟੁਕਾਏਗਾ, ਫਿਰ ਚੇਤਾ ਰੱਖੀ ਜੋ ਮਰਜ਼ੀ ਕਰ ਲੈ, ਪਾਠ ਪੜਿਓ ਔਰ ਵੇਦ ਵਿਚਾਰਿਓ ਕਰ ਲੈ, ਭਲਿਆ ਪੁਰਖਾ ਤੂੰ ਤੀਰਥਾਂ ਤੇ ਯਾਤਰਾਵਾਂ ਕਰਾ, ਭਲਿਆ ਪੁਰਖਾ ਤੂੰ ਮੌਨ ਬਹਿ ਜਾ, ਭਲਿਆ ਪੁਰਖਾ ਤੂੰ ਦਾਨ ਪੁੰਨ ਕਰ ਦੇ। ਗੁਰੂ ਸਾਹਿਬ ਇੱਕ ਦਾਅਵੇ ਨਾਲ ਕਹਿੰਦੇ ਪਏ ਨੇ ਪਿਆਰੇ ਇਨ ਬਿਨ ਮਿਲਨ ਨਾ ਜਾਈ, ਮਿਲਾਪ ਨਹੀਂ ਹੋ ਸਕਦਾ। ਹੁਣ ਸਵਾਲ ਖੜਾ ਹੋ ਜਾਏਗਾ, ਇਹ ਚੀਜ਼ ਤੇ ਪਤਾ ਲੱਗ ਗਈ, ਫਰਸਟ ਪਾਰਟ ਆਫ ਦ ਕੁਐਸਚਨ ਇਜ਼ ਆਂਸਰਡ ਕਿ ਇਸ ਤਰੀਕੇ ਨਾਲ ਮਿਲਾਪ ਨਹੀਂ ਹੋ ਸਕਦਾ। ਪਰ ਅੱਜ ਦਾ ਸਵਾਲ ਹੈ, ਮਿਲਤ ਪਿਆਰੋ ਪ੍ਰਾਨਨਾਥ ਕਵਨ ਭਗਤ ਤੇ ਕਿਹੜੀ ਭਗਤ? ਜਵਾਬ ਦਿੱਤੋ ਨੇ, ਸਾਧ ਸੰਗਤ ਪਾਈ ਪਰਮ ਗਤੀ। ਸਾਧ ਦਾ ਭਾਵ ਉੱਤਮ ਸ਼ਲੋਕ, ਸਾਧ ਕੇ ਬਚਨ, ਗੁਰ ਸਾਧ ਦਾ ਭਾਵ ਮੇਰਾ ਮਨ ਆਲਸਿਆ ਉਗਲਾਨਾ, ਹਰ ਹਰ ਆਨ ਮਿਲਾਇਓ, ਗੁਰ ਸਾਧੂ, ਸਾਧ ਦਾ ਭਾਵ ਗੁਰ ਗਿਆਨ ਟੈਕਨੀਕ। ਜਦੋਂ ਮੇਰੀ ਸੁਰਤੀ ਨੇ ਉਸ ਟੈਕਨੀਕ ਦਾ ਗਿਆਨ ਦਾ ਸੰਗ ਕੀਤਾ, ਸਾਧ ਸੰਗਤ ਪਾਈ ਪਰਮ ਗਤੇ, ਉਹ ਉੱਚੀ ਆਤਮਕ ਅਵਸਥਾ ਮਿਲ ਗਈ, ਜਿਸ ਦੇ ਨਾਲ ਇੱਕ ਪੱਲੇ ਮੈਂ ਫਿਰ ਰੁਕਾਂ। ਅਸੀਂ ਹੁਣੇ ਡਿਸਕਸ ਕੀਤਾ ਕਿ ਕਿਵੇਂ ਅਸੀਂ ਕਬੀਰ ਸਾਹਿਬ ਦੀ, ਫਰੀਦ ਸਾਹਿਬ ਦੀ, ਨਾਮਦੇਵ ਸਾਹਿਬ ਦੀ, ਗੁਰੂ ਨਾਨਕ ਸਾਹਿਬ ਦੀ, ਗੁਰੂ ਅਰਜਨ ਸਾਹਿਬ ਦੀ ਉਹ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਸਮਝ ਨਾ ਸਕੇ। ਪਰ ਜਦਕਿ ਵਿਚਾਰਧਾਰਾ ਤੇ ਦੇਖੋ ਬਿਲਕੁਲ ਸੇਮ, ਇਤਨਾ ਕਲੀਅਰ ਕੰਸੈਪਟ ਸੀ। ਜੋ ਗੁਰੂ ਨਾਨਕ ਸਾਹਿਬ ਇੱਕ ਕਹਿੰਦੇ ਪਏ ਨੇ, ਜੋ ਗੁਰੂ ਨਾਨਕ ਸਾਹਿਬ ਕਹਿੰਦੇ ਪਏ ਨੇ, ਆਪੇ ਰਸੀਆ ਆਪ ਰਸ, ਆਪੇ ਰਾਵਣਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ, ਰੰਗ ਰਤਾ ਮੇਰਾ ਸਾਹਿਬ ਰਵ ਰਿਆ ਭਰਪੂਰ। ਜਿਸਨੂੰ ਭਗਤ ਨਾਮਦੇਵ ਸਾਹਿਬ ਵੀ ਕਹਿੰਦੇ ਪਏ ਨੇ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਜਿਸਨੂੰ ਕਬੀਰ ਸਾਹਿਬ ਵੀ ਕਹਿੰਦੇ ਪਏ ਨੇ, ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਓ ਸਰਖਾਈ। ਜਿਸਨੂੰ ਫਰੀਦ ਸਾਹਿਬ ਵੀ ਕਹਿੰਦੇ ਪਏ ਨੇ ਕਿ ਦ ਕ੍ਰੀਏਟਰ ਇਜ਼ ਇਨ ਦ ਕ੍ਰੀਏਸ਼ਨ, ਖਾਲਕ ਖਲਕ ਮੈਂ ਖਲਕ ਵਸੈ ਰਬ ਮੈਂ। ਜਿਸਨੂੰ ਭਗਤ ਰਵਿਦਾਸ ਜੀ ਵੀ ਕਹਿੰਦੇ ਪਏ ਨੇ, ਚਾਹੇ ਰਵਿਦਾਸ ਹਾਥ ਪੈ ਨੇੜੇ, ਇਤਨਾ ਨੇੜੇ ਕਰ ਦਿੱਤੇ। ਜਿਸਨੂੰ ਭਗਤ ਪੀਪਾ ਜੀ ਕਹਿੰਦੇ ਪਏ ਨੇ, ਜੋ ਬ੍ਰਹਮੰਡੇ
सोई पिंडे जो खोजे सो पावे। जो ब्रह्मंड च तेरे पिंड पाव शरीर विच है, जो खोजेगा वो पाएगा। पर गुरु साहब ने एक चीज होर स्पष्ट कर दी। गुरु साहब कहते पे ने, घर ही में अमृत भरपूर है, मनमुखा साध ना पाया, ज्यों कस्तूरी मिर्ग ना जाने भ्रमदा भरम भुलाया। जिवें हिरन अपने अंदर सुगंधी का कारण है समझ ना सकिया, ओ असल सुगंधी का आनंद मान ना सकिया। भटकदा रहा भलिया पुरखा, तू गलत जगह ते खोजदा रहा, दुखी तैं आप होया। जदों तू समझ लैंदा वो एक तेरे अंदर है, वो गुण तेरे अंदर, वो नियम तेरे अंदर काम करते पे ने। तू रब नू खोजन नहीं जाना सी, रब गवाचा नहीं, गवाचे असी सी, तैं अपने आप नू खोजना सी। जदों तू रब नू खोजन ना गया, अपने फर्जां दे प्रति ईमानदार हो गया। जदों रब नू खोजन नहीं गया, जदों गुरु तेग बहादुर पातशाह समझाते पे ने, काहे रे बन खोजन जाई बार, क्यों ढूंढ रहे सरब निवासी सदा अलेपा। तो ही संग समाई, ओ भलिया पुरखा, वो सारा पोटेंशियल तेरे अंदर सी। जदों तू अपने आप नू खोजना शुरू कर दिता, अपने आप की परचोल करनी शुरू कर दी, जदों असी अपने फर्जां दे प्रति ईमानदार हो गए, फिर असी असल धर्म नू मान पावांगे। साडा प्रॉब्लम पता है कि जे कोई ईमानदार रिक्शे वाला साडे कोलों अगर 30 रुपए मंगे ना, असी उन्होंने कहांगे नहीं तेनों 25 रुपए देने ने, साडा बोझ वो भावें लैके चलदा पे। पर जे कोई धर्म दे नाम ते कोई बाबा आके इस जगह ते ए इमारत बनानी है, इस जगह ते ए करना है, कोई 20,000 भी मंगदे ना, असी दो सवाल नहीं करते। क्यों? क्योंकि इतना असी उलझ बैठे हैं धर्म की परिभाषा, अपने फर्जा की पहचान, अपने फर्जा प्रति ईमानदार ना होके असी बस रिचुअल्स तक सीमित रह गए। पर गुरु साहब कहते पे ने, जदों साध संगत, जदों सच दा संग करके पता लग्या जन नानक बिन आपा चीने, जदों मैं अपने आप नू चीना शुरू कर दिता, ते फिर ए जिहड़ी परम दी काई सी दूर हो गई। इनू कहते पे ने साध संगत पाई परम गति, ओ उच्ची अवस्था प्राप्त हो गई, जिहदे नाल जींदे जी ओ सच नाल रब नाल मेरा मिलाप हो गया। पर ट्रांसफॉर्मेशन किवें आई? शब्द दे 3 बंद 6 पंक्तियां स्टेप दर स्टेप सानू दसदे पे ने कि जो एक सवाल सी कि मिलत प्यारो प्राणनाथ कवन भगते, ओ प्राणा दा नाथ केड़ी भगती कीतियां, केड़ी मत धारण कीतियां मिलाप हो सकता है? जवाब हले तक मिले जदों मैं सच दा संग टेक्नीक लेनी शुरू कर दी, बाहर भटकन दे बजाय अपने आप को खोजना शुरू कर दिता, अपने फर्जां दे प्रति ईमानदार हो गया, ते उच्ची आत्मक अवस्था साध संगत पाई परम गते, वो परम अवस्था मिल जाएगी। हुण सवाल खड़ा होएगा किवें मिली? वो सच दे संग ने केड़ी क्रांति लेके आई? पहले बंद विच मैले कपड़े कहां लो धोवो, हुण मैं मैले कपड़े धोने छड्ड दिते। भाव हुण मैं पराई निंदा करनी छड्ड दित्ती, हुण मैं लोगां दी मैल वाले पासे ध्यान देना छड्ड दिता। साडा जिहड़ा मेजर फोकस रहिंदा है ना, सानू कोई चीज मिले, सानू उस नाल उन्नी खुशी नहीं होंदी जितना असीं सड़दे हां कि वो चीज किसी होर नू क्यों मिलदी। सानू कोई दुख होए उस नाल असी घट दुख इवें होने की कोशिश करते हैं, यह कोशिश नहीं करते कि वो प्रॉब्लम सॉल्व हो सके। असी देखते हैं वो प्रॉब्लम किसी होर नू भी आ गई है ना, असी उस चीज नाल कहते हैं चलो इहदी प्रॉब्लम मेरे नालों वड्डी है, कोई गल नहीं। पर वो परम गति का पहला स्टेप है मैले कपड़े कहां लो धोवो, हुण मैं मैले कपड़े धोने पाप पराई निंदिया करनी छड्ड दी। बाबा कबीर का एक बचन सामने आया। बाबा कबीर कहते ने निंदो निंदो मोको लोग निंदो। हुण कबीर साहब वो क्रांतिकारी विचारधारा देंदे पे ने, सच नाल जोड़ते पे ने, पुकार के कहते पे ने, वो भलिया पुरखा जब हम एक को एक कर जाने तब लोगां काहे दुख माने, वो एक नाल जुड़ जा, अपने अंतर आत्मे दी वो कॉन्शियस दी आवाज सुननी शुरू कर दिते, ते फिर निंदिया कीती ना कि यह देखो ऐ ते सानू जगह तो तोड़दे पे ने, ऐ ते सानू जो सदियां तो दस्या गया उन तो तोड़दे पे ने। ते लोगां ने आके कबीर साहब नू पुछया होने, कबीर साहब तुसी ते लोगां दी भलाई दी गल करदे हो ते ऐ तुहानू बुरा वाला कहंदे ने। कबीर साहब ने जिक्र किया ना, जो हों बोरा जे मैं कमला हाँ तो राम तोरा। दुनिया के लोग कहते ने परवाह नहीं, पर मैनू पता है कि मैं एक रमे हुए परमात्मा के नियम के अधीन आ गया। राम कबीरा एक भये हैं, कोई ना सके पछानी। हुण कबीर ते राम एक हो चुके। कबीर साहब की निंदा करते पे ने, कबीर साहब कहते नो प्रॉब्लम, निंदो निंदो मोको लोग निंदो। बल्कि मैं ते कहंदा पिया निंदा जन को खरी प्यारी। निंदा तो मैनू बड़ी चंगी लगती है।
बल्कि इत्थे ही नहीं टिकांगा, मैं तो यह भी कहना निंदा बाप, निंदा मैं तेरी निंदा ते मेरी बाप ते मेरी माए हूं भलिया। क्यों? कबीर साहब कहते हैं जदों कोई मेरी निंदा करता है ना, मैनू इंज लगता है कि वह मैनू शीशा दिखाता पे, मैं ते इंज उसनू ट्रीट करदा कि यह पता लग सके कि यह मेरी गल हो रही है। जे हो रही है कुछ प्रॉब्लम है तो मैनू छेती सुधार दा। जे अगर वो मेरी गल नहीं चलती पई, वो मैनू डीमोटिवेट करने की गल चलती पई है, तो कबीर साहब उस शब्द में कहते पे ने निंदक हमरे कपरे तो होवे, जो मेरी मैल सी वो लांदा पे, हुण मैनू इस चीज की परवाह ना रही। निंदा ते उस्ताद की यह परिभाषा समझ जाओ। सानू ना एक अजीब जी बिरती होगी, असं कहते हम तो बस सच बोलते हैं, नाल असीं पंक्तियां भी कोट कर देंगे कि गुरु साहब कहते पे ने सच बोलियो। ए गुरु साहब नहीं कहते पे सच की बानी नानक आके सच सुनाई सी सच की बेला, हुण लोगां दे बारे दसे जाओ तेरे अंदर ये प्रॉब्लम, तेरे अंदर ये प्रॉब्लम, तेरे अंदर ये प्रॉब्लम। ना ना, वो भलिया पुरखा हिम्मत रखी, अपनी जेड़ी प्रॉब्लम है अपने मन नूं दसन जोगा, तू सच बोलन जोगा है कि मेरी की प्रॉब्लम है। असीं पता करदे की हां, लोगों को खड्डे विच डिगन देंदे आ, उन्हां नूं कढ के कहंदे आ, फिर सेल्फी खिचांदे आ, आई एम सो ग्रेट। असीं ऐ नहीं करदे कि वो खड्डा पहले ही भर दईए ताकि उस खड्डे विच कोई गिरे। पर हाँ, निंदांगे जरूर कि इधर एक खड्डा रह गया। निंदा ते उस्ताद की परिभाषा समझ आयो। उस्ताद की परिभाषा जिधर गुरु साहब कहते पे ने, उस्ताद कर केड़ी, उस्ताद मन में कर निरंकार, कर मन मेरे सद व्यवहार करने वाली उस्ताद ते कर। निंदा भली किसे की नहीं, निंदा चंगी किसदी नहीं है, पर वो निंदा की परिभाषा की है। एक पासे तो स्पष्ट है, होए फुल कही जाना कंडा वो निंदा है, पर दूजी परिभाषा यह है कि जदों कोई मैनू आके कहे कि भलिया पुरखा यह चीज इस ढंग नाल बेटर की जा सकती है, मैं कहा मेरा इतना तजुर्बा, इसने मेरी निंदा कर दी। ए वाली जी बिरती आ गई ना, कोई मैनू शीशा दिखाए तो मैं कहा इसने मेरी निंदा की है, यह बिरती छड़। हर वक्त दूजियां ते ब्लेम पाना, हर वक्त सरकमस्टेंसिस ते ब्लेम पाना छड़ दे। हुण ते बाजी अपने हाथ लै, जदों अपने हाथ लै लई ना, हुण प्रॉब्लम हुई ते कुछ गलत होया ते जिम्मेवार भी तू आएगा। तू अगर कुछ राइट्स चाहना है ते उस राइट्स दे नाल तैनूं रिस्पॉन्सिबिलिटी भी चाहिए। पर प्रॉब्लम पता है की वापरी है? कपूर एक चीज बड़ी प्यारी लिखता है। कपूर लिखता है बंदा ना एक मनुख मच्छी नूं पकड़न लग्या भी ना पहले उन्होंने भरोसे विच लैंदा है। असीं ना बस धर्म का पहरावा पाके लोगों को अपने भरोसे विच लैंदे आ। बस धर्म की दुनिया अंदर जिहड़ी चीज मैक्सिमम प्रचलित है अज की डेट ते, जदों असीं अपने समाज में भी झात मारी, वो है निंदा। मेरी सोच किसी नूं पसंद नहीं, मेरे नाल कोई सहमत नहीं, बस हुण घंटियां दर घंटे उसदी विरोधता विच आके मैं। पर अज रविदास साहब कहंदे पे ने तू उस ब्लेम गेम तू ना वखरा हो जा, उस दलदल दे विच फसी ना, फस गया यार भलिया पुरखा तू निकल नहीं जाए, तो उससे दूर रहे। ए जदों सच की संगत करनी शुरू की है, पहला स्टेप आया मैले कपड़े कहां लो धोवो, ओ सच की संगत की हुण मैं पराई निंदा करनी छड़ दी। दूजी चीज की हुई, आवेगी नींद कहां लग सोवो। हुण जदों मैनूं नींद आएगी, हुण मैं ओ माया दी, अज्ञानता दी, गफलत दी नींद विच सोना छड़ दिता। मैं ना एग्जाम्पल कई बार ये वैसे ना गुरु साहब की बानी जो स्पष्ट कर दी है। गुरु साहब कहते पे नींद केड़ी है? नैनो नींद पर दृष्ट विकार। अखां दे विच नींद है, अखां वितकरा करदियां ने, मेड़ तेर करदियां ने, अखां विच विकार है। नैनो नींद पर दृष्ट विकार। श्रवण सोए सुन निंद विचार। कान सुते पे ने किस दे विच? निंदिया सुनन दे विच। रसना सोई लोभ मीठे साथ, जुबान नूं चस्का है लोभ दा। इन्हां सारियां दा ड्राइवर मन सोया माया बिस्माद। जिहड़ा मेरा मन सी, ड्राइविंग फोर्स सी, ए माया दे विच सुत्या पिया। पर गुरु साहब कहंदे पे ने इस ग्रह में कोई जागत है, और जागेगा ता ना जे अपना बैगेज नाल नहीं लेके जाएगा। जदों रहाव विच कहे ना साध संगत पाई परम गते, ते श्लोक विच ए भी स्पष्ट हो जाता है साधु को मिलने जाइए, साथ ना लीजिए। तू जदों असीं ते कहंगे ना, असीं ते कहंदे गुरुद्वारे जा रहे हो, लोगों को नाल लेके जाओ, इस जगह ते जा रहे हो नाल लेके जाओ। हर लोग कहंदे पे ने साधु को मिलने जाइए, साथ ना लीजिए। कोई साथ किसी को मत लेके जाना, अकेले जाना भाई। उन्हें क्यों कहंदे पे ने? वो भलिया पुरखा जदों तू सच नाल सांझ पाना चाहता है ना, जिहड़ा तेरा अज तक तजुर्बे दा बैगेज है ना, जो अज तक तू करिया आंदा पे,
तू सोचदा पे दिस इज द राइट एंड दिस इज द ओनली वे विच इज राइट, ए वाला बैगेज नाल ना लेके जा। जदों तू साधु को मिलने जाना पे, टेक्निक लेना चाहना है, हुन अगर एक बंदा क्रिकेट सीखना चाहे, वो कहे कि नहीं, वो कहे कि तू पुल शॉट नहीं मारनी, वो कहेगा नहीं मैं पुल शॉट इवें ही मारनी, कि वो सीख सकता? कभी नहीं सीख सकता। भगत जी अज कहते पे ने आवेगी नींद, जदों नींद आएगी ना, अज तक मैं उहदे विच सुत्ता रहिंदा सी, पर हुण की होया, मैं पुकार सुन ली। जिहड़ा मैं जिक्र करदा पिया, मैं एग्जाम्पल बहुत बारी दिंदा। किसी जगह ते ना वॉचमैन रखिया, हुण जदों वॉचमैन रखिया, वॉचमैन दा की काम है? असीं सोचिया रखवाली करनी। हुण उहदा काम सी रखवाली करनी। पहला रात वॉचमैन आया, वो जमीन ते अपना सोटी लेके ठा ठा मारदा रहा, पैरे देंदा रहा ते उच्ची उच्ची बोलदा रहा, जागते रहो। सोसाइटी वाले बड़े परेशान, हद हो गई। ਅਸੀਂ वॉचमैन ਨੂੰ ਇਸ ਲਈ ਰੱਖਿਆ ਕਿ ਅਸੀਂ ਚੈਨ ਨਾਲ ਸੋ ਜਾਈਏ, ਤੇ ਇਹ ਕਹਿੰਦਾ ਪਿਆ ਜਾਗਤੇ ਰਹੋ, ਸਾਨੂੰ ਫਾਇਦਾ ਕੀ ਹੋਇਆ? ਦੂਜਾ ਦਿਨ ਫਿਰ ਵਾਪਰਿਆ। ਹੁਣ ਬੰਦੇ ਰਾਤੀ ਸੌਣ ਗਏ, वॉचमैन ਫਿਰ ਟਕ 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 ਕਰਦਾ ਪਿਆ ਤੇ ਕਹਿੰਦੇ ਜਾਗਤੇ ਰਹੋ। ਅਗਲੇ ਦਿਨ, ਤੀਜੇ ਦਿਨ ਉਹਦਾ सोसाइटी ਦੇ ਲੋਕਾਂ ਨੇ ਮੀਟਿੰਗ ਬੁਲਾ ਲਈ, ਕਹਿੰਦਾ ਯਾਰ ਇਹ ਤੇ ਪ੍ਰੋਬਲਮ ਹੈ, ਅਸੀਂ ਤਨਖਾਹ ਵੀ ਇਹਨੂੰ ਦਈਏ, ਜਾਗੇ ਵੀ ਅਸੀਂ ਰਹੀਏ, ਇਹ ਸਾਨੂੰ ਸੌਣ ਵੀ ਨਾ ਦੇ, ਤੇ ਫਾਇਦਾ ਕੀ? ਉਹਨਾਂ ਨੇ ਉਸ वॉचमैन ਨੂੰ बुलाया। वॉचमैन कहते ने यार तेरी एक बहुत बड़ी प्रॉब्लम है, हमने यहाँ पे तेरे को रखा था कि तू जागा रहे, असी तेनू इसलिए रखा सी कि तू रखवाली करे, पर तू ते सानू कहंदा पे जागते रहो। वॉचमैन कहंदे तुहाडे दो चीज़ां तुसी कहियां ने, एक चीज़ नाल मैं सहमत हां ते मैं दावे नाल कह सकदा मेरी आवाज ही कहंदी पई है, तुसी मैनू रखे कि मैं जागया रहा, मेरी आवाज जागते रहो, एक गवाही है कि मैं सुत्ता नहीं, मैं जागया। पर जी तुसी दूजी चीज कही ना, मेरा काम है रखवाली करना, ना ना ना, वो मेरा काम नहीं। जे अगर 8 10 15 चोर डाकू आ जान, कि मैं उन्होंने सामना कर सकता? बिल्कुल नहीं। मेरा काम यह है कि जदों मैनू पता लगे चोर आए ने, मैं जागया रहा, मैं तुहानू सुचेत करदा, भलियो पुरखा तुहाडे ते हमला हो सकता है, तुसी सुचेत हो जाओ, अपने सामान की यात्री खुद जिम्मेवार है। अपने घर की राखी तुसा आप करनी है, मेरा काम है तुहानू जगाना, बस। हाँ, तुहानू जगान ले मैनू आप जागया रहना है। हुण जदों समझो ना गुरु साहब केड़े टर्म्स यूज करते हैं। गुरु साहब कहंदे पए ने दुनिया, ये दुनिया दे लोगो होशियार, बेदार, जागत मुसैयत, हाँ रे भाई, हे दुनिया दे लोग जाग जाओ। मैं कि देखदा पे दुनिया दे लोग जागे हुए लुटे जाते पे, क्यों? क्योंकि माया दी गफलत दी नींद विच सुते हुए ने। पर गुरु भगत रविदास जी सानू समझाते पे ने कि जदों मैं सच दा संगत कर लिया, वो उच्ची आत्मक अवस्था किवें आई? मैले कपड़े कहाँ लो धोवो, वो मैं निंदिया करनी छड़ दिती, आवेगी नींद कहाँ लग सोवो। हुण मैं अज्ञानता दी गफलत दी नींद विच सोना छड़ दिता। वो किवें छड़िया? बाबा कबीर उहदा जवाब दिंदे पे ने, देखो भाई ज्ञान की आई आंदी। असीं भी बाहरली तौर ते मौसम नूं वेखदे हां, कबीर साहब भी वेखदे पे ने, बस फर्क है नजरिए दा। बाहरली तौर ते ना कई बारी हनेरी आंदी है, हनेरी आंदी है, सब कुछ तबाह करके लै जाती है। उस तो बाद की होंदा है, कई बारी बारिश पैंदी है, बारिश आई, उस तो बाद असीं देखदे हां कुछ समय बाद फिर दोबारा सूरज उदय हो जाता है, रेनबो आ जाता। असीं देखे, सारियां ने देखे, कबीर साहब ने भी देखे, पर कबीर साहब दे देखण दा नजरिया वखरा, क्योंकि वो कुदरत, लॉ ऑफ नेचर, इस विल ऑफ गॉड नूं जानदे ने ना, कोई तो सानू दसदे पे ने, असीं ओही ना समझ सके। हुण कबीर साहब ओही एग्जाम्पल दे के समझांदे पे ने। कबीर साहब कहंदे पे ने, देखो भाई ज्ञान की आई आंदी, हुण ज्ञान दी हनेरी है। उन्हें पता की कीता? सबे उडानी भ्रम की टाटी रहे ना माया बांधी। उन्हें सारी भ्रम दी माया दी छपड़ी जिहड़ी सी ना, उड़ा सुट्टी। अगर पहले मैं उस भ्रम दी छपड़ी दे थल्ले सी, बारिश पैंदी, उहदा असर मेरे ते हुंदा ही नहीं। क्यों? क्योंकि उत्ते एक छपड़ी है। उस ज्ञान ने कमाल कीता, सबे उडानी भ्रम की टाटी रहे ना माया बांधी। दो चित्ते की दो खून गिरानी, मोह पलेटा टूटा, तृष्णा छान भरी तर ऊपर, दुर्मत भांडा फूटा। ओ दुर्मत, ओ तृष्णा, ओ मोह, उस ज्ञान दी हनेरी ने सब तहस नहस कर दिता। हुण की होया? हनेरी तो बाद किदा टाइम आंदा है? बारिश दा। कबीर साहब जिक्र करते हैं, आंधी पाछे
ਜੋ ਜਲ ਬਰਖੈ ਤੈਂ ਤੇਰਾ ਜਨ ਪੀਣਾ। ਹੁਣ ਹਨੇਰੀ ਆਪਣਾ ਕੰਮ ਕਰ ਗਈ, ਹੁਣ ਉਹ ਗਿਆਨ ਦੀ ਵਰਖਾ ਹੁੰਦੀ ਪਈ ਹੈ, ਹੁਣ ਉਹ ਮੇਰੇ ਤੇ ਅਸਰ ਕਰਦੀ ਪਈ ਹੈ। ਪਹਿਲੇ ਵੀ ਝਿਮਝਿਮ ਵਰਸੇ ਅੰਮ੍ਰਿਤ ਧਾਰਾ ਹੋ ਰਿਹਾ ਸੀ, ਅਸਰ ਕਿਉਂ ਨਹੀਂ ਕਰਦੀ ਪਈ ਸੀ? ਕਿਉਂਕਿ ਮੈਂ ਉਸ ਮਾਇਆ ਦੀ ਤ੍ਰਿਸ਼ਨਾ ਦੀ ਛਪੜੀ ਦੇ ਹੇਠਾਂ ਸੀ। ਗਿਆਨ ਨੇ ਉਹ ਤਹਿਸ ਨਹਿਸ ਕਰ ਦਿੱਤੀ ਤੇ ਹੋਇਆ ਕਿ ਆਂਦੀ ਪਾਛੈ ਜੋ ਜਲ ਬਰਖੇ ਤਹਿ ਤੇਰਾ ਜਨ ਪੀਣਾ। ਹੁਣ ਹਨੇਰੀ ਆਪਣਾ ਕੰਮ ਕਰ ਗਈ, ਬਾਰਿਸ਼ ਆਪਣਾ ਕੰਮ ਕਰ ਗਈ, ਹੁਣ ਫਿਰ ਸੂਰਜ ਉदय ਹੋਇਆ। ਆਂਦੀ ਪਾਛੈ ਜੋ ਜਲ ਬਰਖੇ ਤਹਿ ਤੇਰਾ ਜਨ ਪੀਣਾ। ਕਹੋ ਕਬੀਰ ਮਨ ਭਇਆ ਪ੍ਰਗਾਸਾ ਉਦੈ ਭਾਨ ਜਬ ਚੀਨਾ। ਹੁਣ ਜੀਵਨ ਦੇ ਵਿੱਚ ਫਿਰ ਇੱਕ ਸੂਰਜ ਉਦੈ ਹੋਇਆ। ਪਤਾ ਲੱਗਿਆ ਜਿਸ ਨੂੰ ਮੈਂ ਖੋਜਣ ਜਾਂਦਾ ਪਿਆ ਸੀ ਉਹ ਤੇ ਮੇਰੇ ਅੰਦਰ ਹੀ ਸੀ। ਲਾਅ ਆਫ ਨੇਚਰ ਇਜ਼ ਵਿਲ ਆਫ ਗॉड ਜਦੋਂ ਸਮਝ ਆ ਗਈ, ਫਿਰ ਹੁਣ ਮੈਂ ਨੀਂਦ ਵਿੱਚ ਸੋਣਾ ਛੱਡ ਦਿੱਤਾ ਕਿਉਂਕਿ ਮੈਂ ਜਾਗ ਗਿਆ। ਦੂਜੇ ਬੰਦ ਵਿੱਚ ਹੋਰ ਟ੍ਰਾਂਸਫਾਰਮੇਸ਼ਨ ਕਿਹੜੀ ਆਈ? ਕਹਿੰਦੇ ਨੇ ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ। ਸੱਚ ਦੇ ਸੰਗਤ ਦਾ ਨਤੀਜਾ ਪਤਾ ਕੀ ਨਿਕਲਿਆ? ਜੋ ਜੋ ਅੱਜ ਤੱਕ ਮੈਂ ਜੋੜਦਾ ਆਇਆ, ਜੋ ਜੋ ਕਰਮ ਸੰਸਕਾਰ ਮੈਂ ਇਕੱਠੇ ਕਰਦਾ ਆਇਆ, ਹੁਣ ਜਦੋਂ ਮੈਂ ਸਵੈ ਪ੍ਰਚੋਲ ਕਰਨੀ ਸ਼ੁਰੂ ਕੀਤੀ, ਪਤਾ ਲੱਗਿਆ ਇਹ ਵੀ ਝੂਠ, ਇਹ ਵੀ ਝੂਠ, ਇਹ ਵੀ ਗਲਤ, ਇਹ ਵੀ ਕਰਮਕਾਂਡ, ਇਹ ਵੀ ਪਖੰਡ। ਜੋਈ ਜੋਈ ਜੋਰਿਓ, ਜੋ ਜੋ ਮੈਂ ਜੋੜਿਆ ਸੀ ਸੋਈ ਸੋਈ ਫਾਟਿਓ, ਸਭ ਫਾੜ ਦਿੱਤਾ। ਸਭ ਸਾਰੀਆਂ ਚੀਜ਼ਾਂ ਮੈਂ ਰੱਦ ਕਰ ਦਿੱਤੀਆਂ, ਮੂਲੋਂ ਹੀ ਮੁਕਾ ਦਿੱਤੀ। ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂ, 10 ਮਿੰਟ ਰਹਿ ਗਏ ਨੇ। ਮੈਨੂੰ ਨਾ ਕਿਹਾ ਜਾਂਦਾ ਹੈ ਕਿ ਵੀਰ ਜੀ ਤੁਸੀਂ ਕਹਾਣੀਆਂ ਅੱਛੀ ਸੁਣਾਉਂਦੇ ਹੋ, ਕਹਾਣੀ ਸੁਣਾ ਦਿਆ ਕਰੋ। ਦਿੱਕਤ ਇਹ ਕਿ ਜਿਸ ਜਗ੍ਹਾ ਤੋਂ ਕੱਢਣਾ ਫਿਰ ਉਸ ਜਗ੍ਹਾ ਤੇ ਨਾ ਫਸ ਜਾਈਏ। ਚਲੋ ਇੱਕ ਕਹਾਣੀ ਤੁਹਾਨੂੰ ਸੁਣਾਈ ਦਿੰਦਾ, ਚੇਤਾ ਰੱਖਿਓ ਹੈ ਕਹਾਣੀ। ਇੱਕ ਬੰਦਾ ਇੱਕ ਜੋਰੀ ਦੇ ਕੋਲ ਕੰਮ ਕਰਦਾ ਸੀ। ਹੁਣ ਜੋਰੀ ਦੇ ਕੋਲ ਕੰਮ ਕਰਦਾ, ਕੁਦਰਤੀ ਉਸ ਬੰਦੇ ਦੀ ਡੈਥ ਹੋ ਗਈ, ਮਰ ਗਿਆ। ਉਹਦੇ ਕੋਲ ਇੱਕ ਪੋਟਲੀ ਸੀ ਹੀਰਿਆਂ ਦੀ। ਮਰਨ ਤੋਂ ਪਹਿਲਾਂ ਉਸਨੇ ਉਹ ਪੋਟਲੀ ਆਪਣੇ ਬੱਚੇ ਨੂੰ ਦੇ ਦਿੱਤੀ। ਮਰ ਗਿਆ। ਘਰ ਦੇ ਹਾਲਾਤ, ਕਿਉਂਕਿ ਉਹ ਇਕੱਲਾ ਬੰਦਾ ਕੰਮ ਕਰਨ ਵਾਲਾ, ਘਰ ਦੇ ਹਾਲਾਤ ਠੀਕ ਨਹੀਂ। ਉਹ ਬੱਚਾ ਜਿਸ ਜੋਰੀ ਕੋਲ ਕੰਮ ਕਰਦਾ ਸੀ, ਉਹਦਾ ਪਿਓ ਉਹਦੇ ਕੋਲ ਹੀ ਗਿਆ, ਉਸਨੂੰ ਪੋਟਲੀ ਦਿੱਤੀ। ਉਹਨੂੰ ਕਿਹਾ ਕਿ ਇਹ ਹੀਰੇ ਸੀ ਮੇਰੇ ਕੋਲ, ਤੁਸੀਂ ਮੈਨੂੰ ਇਹਦੇ ਪੈਸੇ ਦੇ ਦਿਓ ਤਾਂ ਕਿ ਸਾਡਾ ਕੁਝ ਸਮੇਂ ਲਈ ਗੁਜ਼ਾਰਾ ਹੋ ਸਕੇ। ਜੋਰੀ ਅੱਛਾ ਸੀ, ਉਹਨੇ ਉਹ ਹੀਰੇ ਦੇਖੇ, ਵਾਪਸ ਪੋਟਲੀ ਵਿੱਚ ਪਾਏ ਤੇ ਉਸ ਬੱਚੇ ਨੂੰ ਪਕੜਾਏ। ਕਹਿੰਦੇ ਕਿ ਤੇਰਾ ਜਿਹੜਾ ਪਿਓ ਸੀ ਨਾ, ਮੇਰੇ ਨਾਲ ਕਈ ਸਾਲ ਕੰਮ ਕਰਦਾ ਰਿਹਾ, ਉਹਨੂੰ ਮੈਂ ਹੀ ਜੋਰੀ ਬਣਾਇਆ, ਮੈਂ ਹੀ ਪਰਖ ਕਰਨੀ ਸਿਖਾਈ। ਤੇਰੇ ਕੋਲ ਇੱਕ ਆਪਸ਼ਨ ਹੋਰ ਹੈ, ਤੂੰ ਵੀ ਮੇਰੇ ਕੋਲ ਕੰਮ ਕਰਨਾ ਸ਼ੁਰੂ ਕਰ ਦੇ, ਮੈਂ ਤੈਨੂੰ ਸਿਖਾਵਾਂਗਾ। ਇਸ ਨਾਲ ਕੀ ਹੋਏਗਾ? ਤੇਰੇ ਕੋਲ ਹੀਰੇ ਵੀ ਰਹਿ ਜਾਣਗੇ, ਨਾਲੇ ਤੇਰੇ ਕੋਲ ਕਮਾਈ ਵੀ ਆਣੀ ਸ਼ੁਰੂ ਹੋਏਗੀ, ਤੂੰ ਸਿੱਖ ਵੀ ਜਾਏਗਾ ਤੇ ਆਪਣਾ ਕਾਰੋਬਾਰ ਚਲਾ ਸਕੇਗਾ। ਉਹ ਕਹਿੰਦਾ ਤੇ ਬੜੀ ਅੱਛੀ ਚੀਜ਼ ਹੈ। ਉਹਦੇ ਕੋਲ ਸਿੱਖਣਾ ਸ਼ੁਰੂ ਹੋ ਗਿਆ। ਕੁਝ ਸਮਾਂ ਬੀਤਿਆ, ਸਿੱਖਦਾ ਰਿਹਾ। ਹੁਣ ਉਹ ਇੱਕ ਐਕਸਪਰਟ ਜੋਰੀ ਬਣ ਗਿਆ। ਉਹ ਦੇਖ ਕੇ ਹੀ ਪਰਖ ਕਰ ਸਕਦਾ ਹੈ ਕਿ ਇਹ ਅਸਲ ਹੈ ਤੇ ਇਹ ਨਕਲ। ਕਿਉਂ? ਕਿਉਂਕਿ ਕਸਵੱਟੀ ਆ ਗਈ। ਹੁਣ ਉਹ ਪਰਖ ਸਕਦਾ ਹੈ ਕਿ ਇਹ ਅਸਲੀਅਤ ਹੈ, ਨਕਲੀ ਹੈ। ਇੱਕ ਦਿਨ ਕੁਦਰਤੀ ਬੈਠਾ ਰਾਤੀ ਘਰ, ਉਹਨੂੰ ਚੇਤਾ ਆਇਆ, ਯਾਰ ਉਹ ਪੋਟਲੀ ਤੇ ਮੇਰੇ ਘਰ ਹੀ ਪਈ ਸੀ, ਦੇਖਾਂ ਤੇ ਸਹੀ ਉਸ ਪੋਟਲੀ ਦੀ ਕੀਮਤ ਕਿਤਨੀ ਹੈ, ਕਿਤਨੇ ਦੇ ਉਹ ਹੀਰੇ ਨੇ। ਉਸਨੇ ਰਾਤੀ ਉਹ ਪੋਟਲੀ ਖੋਲੀ, ਹੀਰੇ ਆਪਣੇ ਹੱਥ ਵਿੱਚ ਲਏ, ਉਹ ਦੇਖਣਾ ਸ਼ੁਰੂ ਕੀਤਾ। ਉਹਦੇ ਹਿਸਾਬ ਨਾਲ ਪਹਿਲਾ ਨਕਲੀ, ਦੂਜਾ ਨਕਲੀ, ਤੀਜਾ ਨਕਲੀ, ਚੌਥਾ ਨਕਲੀ। ਬੜਾ ਪਰੇਸ਼ਾਨ ਹੋਇਆ, ਸਾਰੇ ਦੇ ਸਾਰੇ ਨਕਲੀ। ਉਹਨੇ ਵਾਪਸ ਉਸ ਪੋਟਲੀ ਨੂੰ ਵਿੱਚ ਭਰਿਆ। ਉਹ ਅਗਲੇ ਦਿਨ ਲੈ ਗਿਆ ਉਸ ਜੋਰੀ ਕੋਲ। ਉਹ ਕਹਿੰਦਾ ਕਿ ਮੈਂ ਨਾ ਅੱਜ ਬਹੁਤ ਦੁਖੀ। ਕਹਿੰਦਾ ਕਿਉਂ, ਕੀ ਪਾਣਾ ਵਾਪਰਿਆ? ਕਹਿੰਦਾ ਮੈਂ ਇਸ ਕਰਕੇ ਦੁਖੀ ਨਹੀਂ ਆ ਕਿ ਜੋ ਮੈਂ ਸਮਝਦਾ ਆ ਮੇਰੇ ਕੋਲ ਹੀਰੇ ਪਏ ਨੇ, ਉਹ ਹੀਰੇ ਪੱਥਰ ਨਿਕਲੇ। ਮੈਂ ਇਸ ਕਰਕੇ ਦੁਖੀ ਆ, ਮੈਂ ਤੁਹਾਡੇ ਤੇ ਹਰ ਐਂਡ ਤੱਕ ਤੁਹਾਡੇ ਤੇ ਭਰੋਸਾ ਕੀਤਾ, ਪਰ ਤੁਸੀਂ ਮੈਨੂੰ ਨਹੀਂ ਦੱਸਿਆ ਕਿ ਇਹ ਹੀਰੇ ਨਹੀਂ, ਇਹ ਪੱਥਰ। ਉਹ ਕਹਿੰਦਾ ਪੁੱਤਰ ਹੋਏ, ਜਦੋਂ ਤੂੰ ਪਹਿਲੀ ਵਾਰੀ ਮੇਰੇ ਕੋਲ ਆਇਆ ਸੀ ਨਾ ਇਹ ਪੋਟਲੀ ਲੈ ਕੇ, ਉਸ ਵਕਤ ਮੈਂ ਸੀ ਦੁਕਾਨਦਾਰ ਤੇ ਤੂੰ ਸੀ ਗ੍ਰਾਹਕ। ਜੇ ਮੈਂ ਤੈਨੂੰ ਕਹਿ ਦਿੰਦਾ ਨਾ ਕਿ ਇਹ ਹੀਰੇ ਨਹੀਂ ਪੱਥਰ ਨੇ, ਤੂੰ ਸਮਝਣਾ ਸੀ ਕਿ ਮੇਰੀ ਛੋਟੀ ਉਮਰ ਦਾ ਫਾਇਦਾ ਚੁੱਕਦੇ ਪਏ ਨੇ, ਝੂਠ ਬੋਲਦੇ ਪਏ ਨੇ, ਤੂੰ ਭਰੋਸਾ ਨਹੀਂ ਕਰਨਾ ਸੀ। ਮੈਂ ਤੈਨੂੰ ਦੱਸਿਆ ਨਹੀਂ ਕਿ ਇਹ ਹੀਰਾ ਹੈ ਤੇ ਇਹ ਪੱਥਰ। ਮੈਂ ਤੈਨੂੰ ਇਤਨਾ ਹੁਨਰ ਦੇ ਦਿੱਤਾ, ਟੈਕਨੀਕ ਦੇ ਦਿੱਤੀ ਹੈ ਕਿ ਤੂੰ ਆਪ ਪਰਖ ਕਰ ਸਕੇ ਕਿ ਇਹ ਸੱਚ ਤੇ ਇਹ ਝੂਠ। ਗੁਰੂ ਨਹੀਂ ਕਹਿੰਦਾ ਕਿ ਉਹ ਭਲਿਆ ਪੁਰਖਾ, ਮੈਂ ਤੇ ਤੈਨੂੰ ਟੈਕਨੀਕ ਦਿੰਦਾ ਪਿਆ, ਗੁਰੂ ਸਮਝਾਉਂਦਾ ਪਿਆ ਨਾ, ਟੈਕਨੀਕ ਦਿੰਦਾ ਪਿਆ। ਪਰ ਜੇ ਤੂੰ ਸੱਚ ਪਰ ਸਮਝਣ ਨੂੰ ਤਿਆਰ ਨਹੀਂ, ਤੂੰ ਪੱਥਰ ਤੱਕ ਹੀ ਉਲਝਾ ਰਹਿੰਦਾ ਤੇ ਉਹ ਤੇਰੀ ਗਲਤੀ ਹੈ। ਜਦੋਂ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾ ਮੈਂ ਚੂਕ ਦੀ ਪਰਿਭਾਸ਼ਾ ਕਬੀਰ ਸਾਹਿਬ ਸਮਝਾਉਂਦੇ ਪਏ ਨੇ, ਮਤਲਬ ਉਹ ਸੱਚਾ ਗਿਆਨ ਸਾਡੇ ਜੀਵਨ ਵਿੱਚ ਆ ਗਿਆ।
ਹੁਣ ਬਸ ਜ਼ਿੰਮੇਵਾਰੀ ਸਾਡੀ ਹੈ ਕਿ ਅਸੀਂ ਸਮਝ ਸਕੀਏ ਕਿ ਕਿਹੜੀ ਸੱਚ ਹੈ ਤੇ ਕਿਹੜਾ ਝੂਠ, ਕਿਹੜਾ ਪੱਥਰ ਤੇ ਕਿਹੜਾ ਹੀਰਾ। ਹੁਣ ਜਦੋਂ ਉਹ ਜੋਹਰੀ ਕਹਿੰਦਾ ਹੇ ਪੁੱਤ ਵੇ, ਹੁਣ ਮੈਂ ਦੁਕਾਨਦਾਰ ਤੇ ਤੂੰ ਇੱਕ ਬੱਚਾ, ਇੱਕ ਗ੍ਰਾਹਕ ਨਹੀਂ, ਹੁਣ ਤੂੰ ਆਪ ਜੋਹਰੀ ਹੈ, ਤੂੰ ਆਪ ਫੈਸਲਾ ਲਿਆ ਕਿ ਇਹ ਅਸਲ ਹੈ ਤੇ ਇਹ ਕੱਚ। ਹੁਣ ਤੂੰ ਜਦੋਂ ਕੱਚ ਸੱਟੇਗਾ ਨਾ, ਤੇਰਾ ਭਰੋਸਾ ਮੇਰੇ ਤੋਂ ਨਹੀਂ ਟੁੱਟੇਗਾ। ਬਸ ਕਿਧਰ ਨਾ ਜਦੋਂ ਇਹ ਚੀਜ਼ ਸਮਝ ਲਈ ਕਿ ਅਸੀਂ ਜੋ ਗਿਆਨ ਹਾਸਲ ਕਰਦੇ ਪਏ ਹਾਂ, ਵਿਵੇਕ ਕਹਿੰਦੇ ਆ ਜਿਸਨੂੰ, ਵਿਵੇਕ ਦਾ ਭਾਵ ਸੱਚ ਤੇ ਝੂਠ ਦਾ ਫਰਕ, ਠੀਕ ਤੇ ਗਲਤ ਦਾ ਫਰਕ, ਜਿਹਨੂੰ ਕਹਿੰਦੇ ਨੇ ਵਿਵੇਕ ਬੁੱਧ। ਪਰ ਉਹ ਵਿਵੇਕ ਬੁੱਧ ਸਤਗੁਰ ਤੇ ਪਾਈ ਦਾ ਮਤਲਬ ਇਹ ਨਹੀਂ ਕਿ ਬਸ ਪਰਖ ਕਰ ਦਿੱਤੀ ਕਿ ਦਿਸ ਇਜ਼ ਰਾਈਟ ਦਿਸ ਇਜ਼ ਰੋਂਗ। ਅਸੀਂ ਪਰਖ ਤੇ ਕਰਨੀ ਸਿੱਖ ਗਏ ਹਾਂ, ਪਰ ਉਹ ਪਰਖ ਸਾਡੇ ਜੀਵਨ ਚੋਂ ਨਜ਼ਰ ਨਹੀਂ ਆਉਂਦੀ। ਇਹ ਤੇ ਅਸੀਂ ਕਹਿੰਦੇ ਪਏ ਹਾਂ ਕਿ ਡਿਸਿਪਲਿਨ ਇੰਪੋਰਟੈਂਟ ਹੈ, ਪਰ ਜਰਾ ਝਾਤ ਮਾਰ ਕੇ ਵੇਖਿਓ, ਜੇ ਅਸੀਂ ਅੱਜ ਦੀ ਡੇਟ ਤੇ ਡਿਸਿਪਲਿਨ ਰੱਖਿਆ ਹੁੰਦਾ ਨਾ, ਅੱਜ ਅਸੀਂ ਇੱਕ ਦੂਜੇ ਸਮਾਜ ਵਿੱਚ ਜੀ ਰਹੇ ਹੁੰਦੇ। ਸਾਡੀ ਦਿੱਕਤ ਇਹ ਹੈ ਕਿ ਅਸੀਂ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਤੇ ਕਰ ਲਿਆ, ਪਰ ਪੜ੍ਹੀਏ ਨਹੀਂ ਭੇਦ, ਬੁਝੀਏ ਭਾਵਨਾ ਨਹੀਂ ਸਮਝ ਸਕ ਰਹੇ। ਅਸੀਂ ਉਸ ਨਿਯਮ ਦੇ ਅਧੀਨ ਆਣਾ ਨਹੀਂ ਚਾਹੁੰਦੇ, ਪਰ ਜੋ ਸੱਚ ਦੀ ਸੁਰਤ ਜੋੜ ਲਈ ਉਤਨੀ ਆਤਮਕ ਅਵਸਥਾ ਦਾ ਸਟੈਪ 3 ਅੱਜ ਰਵਿਦਾਸ ਸਾਹਿਬ ਸਮਝਾਉਂਦੇ ਪਏ ਨੇ, जोई जोई जोरियो सोई सोई फाटे। अब मैं परख करने जोगा हो गया, अब जो जो चीज गलत थी सब मैंने मूलों ही तुरों ही सब फाड़ देती, सुट देती। झूठे बनज उठ ही गई हटियो। जो मैं अज तक एक झूठ की दुकान पाली हुई सी, ओदा शटर मैं डाउन कर दिता है। झूठ की दुकान केड़ी सी? हर जगह ते असी डील किवें करना चाहते सी? मैं तेनू झूठ बेचांगा, तू मैनू झूठ बेच, मैं तेरियां वडियाइयां करांगा, तू मेरियां वडियाइयां कर। ए डील नहीं करते सी कि वणज करो वणजारियो, वखर ले समाज, तैसी वस्त विसाइए जैसी निभे नाल। ओ वाला वणज से असी करना ही नहीं चाहता सी। इस करके ते कबीर साहब उसनू कहंदे ने, वो विरला है जेड़ा असल व्यापार कर सके। कोहे लड़का बेचे ही लड़की बेचे, कोई असल सौदा ते है ना, कोई अपने लड़का ते लड़की बेच सके, है बड़ी अजीब गल। बिजनेस की है गिव एंड टेक, एक हथ तू देना एक हथ तू लेना। कबीर साहब कहते पे ने जेड़ा असल बिजनेस, असल डील करना, सच दा व्यापार करना सीख गया ना, वो पता की करदा है, लड़का ते लड़की दे देंदा है ते दूजे पासों गुण ले लेंदा है। हुण लड़का लड़की केरे ने बानी चोई पूछिए, पांचों लड़का जार के रहे राम लिव लाग। वो पंचो लड़का जारन दी गल चलदी पई है कि ऐसा कोई ना जन्मे हो अपने घर लावे आग। इहो जिहा कोई पैदा नहीं होया जेड़े अपने घर विच अग ला ले। पांचों लड़का जार के रहे राम लिव लाग, जेड़े पंजो लड़के साड़ सुट्टे अपने घर नूं बर्बाद कर दे। पंजो लड़के केड़े ने? काम क्रोध लोभ मोह अहंकार। पंज लड़कियां केड़ियां ने? आसा तृष्णा ईर्खा चिंता निंदा। जदों काम क्रोध लोभ मोह अहंकार, आसा तृष्णा ईर्खा चिंता निंदा मैं छड़ने दा एक फैसला ले लिया, वो मैं व्यापार करन जोगा हो गया। ते इन रिटर्न जिन्हों रविदास साहब ही कहते पे ने, को बनजारो राम को मेरा टांडा लादिया जाए रे। मैं वो बनजारा बनना चाहता हाँ। क्यों? क्योंकि मैनू पता है रस्ता औखा है, घट अव घट डूंगर का ना एक निर्गुण बैल हमारा। मेरा जेड़ा बैल बल्द रूपी मन है ना, इहदे विच कोई गुण नहीं है, तो रस्ता भी औखा। इस करके रमैये सियों एक बेनती, मेरी पूंजी राख मुराद। इस पूंजी की रखिया किवें हो सकती है? जदों मैं एक राइट डील करना शुरू कर दी, पर उहदे लई मैनू झूठ की दुकान बंद करनी पेगी, जिसनों कहंदे पे ने झूठे बनज उठ ही गई हाटियो। जो अज तक मैं झूठ की दुकान पाली बैठा सी, उहदा शटर मैं डाउन कर दिता। सवाल की सी? मिलत प्यारो प्राणनाथ कवन भगत ते। जवाब की सी? साध संगत पाई परम गते। सच दा संग कित्या आत्मक अवस्था मिलेगी, जिस करके निजगर विच ही मनुख अपनी जिम्मेवारी चुकन जोगा हो गया। ट्रांसफॉर्मेशन हले तक केड़ी आईयां ने? मैले कपड़े कहा लो तो पराई निंदिया छड़ दित्ती। आवेगी नींद कहां लग सोमो, मैं अज्ञानता दी गफलत दी नींद विच सोना छड़ दिता। जोई जोई जोरियो सोई सोई फाटियो। जो अज तक मैं संस्कार सोच कट्ठा करदे आया सी, हुण मैं उसनों इंस्पेक्ट करन जोगा हो गया। जेड़ी जेड़ी गलत सी वो मैं मूलों ही रद्द कर दी। झूठे बनज उठ ही गई हाटियो। जो मैं झूठ की दुकान पाली हुई सी, वो झूठ की दुकान में बंद कर दी। हुण पता की लग्या, कहो रविदास पयो जब लेखो। हुण जदों लेखा होया ना, मरण तो बाद नहीं, जदों मैं लेखा करना शुरू किया। लेखा
किस आधार ते कीता जांदा है? रूल्स के अकॉर्डिंग, कॉन्स्टिट्यूशन के अकॉर्डिंग, सच टूट के अकॉर्डिंग। निता प्रति पढ़ते हो ना, पवन गुरु पानी पिता, माता धरत महत, दिवस रात दोए दाई दाया। अगे की आंदा है? खेले सगल जगत चंगियाइयां बुरियाइयां। वाचै ओ मैं वाचना है कि केड़ा काम चंगाई ते आधार ते है, केड़ा काम बुराई ते आधार ते, पर किवें वाचना है? चंगियाइयां बुराइयां वाचै धर्म हदूर। ओ मनुखी फर्जा नू मुख रखदे होया देखना है केड़ा काम इज गुड फॉर मी एंड गुड फॉर द सोसाइटी, एंड विच इवेंट, विच वर्क, विच टास्क इज नॉट गुड फॉर मी एंड नॉट गुड फॉर द सोसाइटी। जदों ओ लेखा मैं करना शुरू कर दिता, कहो रविदास पयो जब। वैसे ना मैं कभी कभी सोचता हूं, जो रविदास साहब है जो कॉन्फिडेंस नाल जो लिखते हैं ना, दुनिया ते डरांदी पई सी। जो रविदास साहब लिखते पे ना, उर्वार पार के दानिया लिख ले वो आल पताल। आल पताल का मतलब ऊल जलूल, जो मर्जी मन में चाहे तुसी मेरे बारे लिखना है ना, लिख लो। उर्वार पार के दानिया लिख ले वो आल पताल, जो लिखना है लिखो यार, परवाह नहीं। क्यों? क्योंकि मैंने एक भरोसा है, मोहे जम डंड ना लगी। मैनू जींदे जी विकारा रूपी जमा ने नहीं मारना। क्यों नहीं मारना? मोहे जम डंड ना लगे, तजीले सर्ब जंजाल। वो सारी चीजा तो मैं छड़ चुका, डर का था। डरदा कौन है? गुरु ग्रंथ साहब की बाणी स्पष्ट कर दी है, सो डरे जे पाप कमांदा धर्मी विकसेत। हुण डरदा होए जेड़ा पाप कमांदा है। जदों मैं पाप दी बिरती छड़ दित्ती, सच दा संग करना शुरू कर दिता, ते रविदास साहब वही कॉन्फिडेंस लेके आंदे पे ने, और बार बार के दानियां लिख ले वो आल पताल, जो लिखना लिखो, पर कहंदे पे ने मैनू भरोसा है मोहे जम डंड ना लगी। वो जमा डंड नहीं लगना। क्यों? क्योंकि तजीले सरपंजाल वो सारे काम मैं छड़ चुके हैं। जिसनू कहंदे पे ने कहो रविदास पयो जब लिखो। जदों मैं आप लेखा करना शुरू कर दिता ना विवेक बुद्ध दे नाल, दसम द्वार खुल गया। दसम द्वार खुल गया भाव ए बुद्धि खुल गई, हुण सोच आ गई। फिर होएगा कि जोई जोई कीनो सोई सोई देखियो। जो जो मैं अज तक करदा आया ओ मैं देखना शुरू कर दिता। मैनू पता लग गया करनी कागज मन मसवाणी, बुरा भला दोए लेख। मान लो मेरे किरदार एक कागज है, मेरा मन शाही है। हुण जे शाही चंगी होएगी चंगे लेख लिखे जाएंगे, शाही माड़ी होएगी माड़े लेख लिखे जाएंगे। ज्यों ज्यों किरत चलाए, जिवें जिवें मेरे संस्कार मैनू प्रेरणगे, त्यों चलिए तिवें मैं काम करांगा। तो गुण नहीं अंत रहे। हुण जिवें जिवें मेरे संस्कार बनते पे सी, मैं तिवें तिवें काम करदा आया। पर हुण मैनू पता लग्या मेरे अंदर वो पोटेंशियल है, वो क्षमता है कि मैं शाही चूज करके फैसला ले सका। यह मैं कबूल करना शुरू कर दिता कि मेरे साहिबा हों आपे परम भुला, अखर लिखे सही गावा, अवर ना जाना बानी। जेड़ी जेड़ी अज तक मैं सोच आ गया सी उस अनुसार काम करता पिया सी। होर कोई विचारधारा मैनू प्रवान नहीं हो रही सी, इस करके मिलाप नहीं हो रहा सी। पर रविदास साहब अज सानू कहंदे पए ने कि जदों मैं साध संगत पाई, सच दी संग कर ली, फिर मैनू उच्ची आत्मक अवस्था मिल गई। जिस करके जिसनू भगत पीपा जी ने कहा सी, जो ब्रह्मंडे सोई पिंडे, जो खोजे सो पावे। खोजना किधर सी? जन नानक बिन आपा चीने, मिटे ना भ्रम की काई। आपे नु चीने बिना ओ भ्रम दी काई टुट नहीं सकती, खुल नहीं सकती। जे जदों ओ खुल गई ते अज रविदास साहब समझाते पे ने कि जदों मैं सच दा संग कर लिया, वो आत्मक अवस्था बन गई, जिस दे नाल मैनू अपने अंदर ही राम कबीरा एक भय समझ आ गया। जिस दे नाल मैनू अंदर ही समझ आ गया गुरु तेग बहादुर पातशाह की क्रांतिकारी विचारधारा, जो नर दुख में दुख नहीं माने, सुख स्नेह और पै नहीं जाके, कंचन माटी माने, न निंदिया न उस्तत जाके, लोभ मोह अबमाना, हरक सोकते रहे न्यारो, नाहे मान अपमाना, आशा मनसा सगल त्यागे, जगते रहे निराशा, काम क्रोध जह परसे नाहे, तै घट ब्रह्म निवासा। जदों काम क्रोध परसिया नहीं, तै घट ब्रह्म निवासा, वो घट विच ही ब्रह्म दा निवास है। पर ज्ञान चाहिए, वो किवें मिलदा है? गुर किरपा जह नर को कीनी, ते एह जुगत पछानी। नतीजा की निकलिया नानक लीन पयो गोबिंद स्यों।
ज्यों पानी संग पानी। हुण जदों ज्यों पानी संग पानी लीन हो गए, फिर असीं समझ सकांगे कि गुरु ग्रंथ साहिब दी बाणी मैनू जींदे जी अपने आप नाल भी जुड़ना सिखांदी पई है। मैं अपने आप नाल जुड़ सकां, अपने फर्जां दे प्रति सुचेत हो सकां। यह है अरदास करन दी अहमियत कि मैं अपने आप नाल एक कॉन्फिडेंस नाल अपने आप को मोटिवेट कर सकां कि किहड़े काम मैं करने ने। रविदास साहब वो क्रांतिकारी शब्द साडे सामने रखदे पए ने। गुरु कृपा करे यह चीज नूं असीं समझ के ओ मैले कपड़े धोने छड़ के, आवेगी नींद वाले काम छड़ के असी भी जोई जोई कीनो सोई सोई फाटियो करन जोगे हो जाइए। फिर होएगा कि कहो रविदास पयो जब देखो, जोई जोई कीनो सोई सोई देखियो वाली अवस्था तक असी पहुंच सकांगे। तुहाडे सब दे प्यार दा, एकाग्रता दा बहुत बहुत धन्यवाद। होइयां गल्लां दसियां असीस दिओ, फतेह बुलाओ जी। वाहिगुरु जी का खालसा, वाहिगुरु जी की फतेह।